ਧੰਨ ਵਾਹਿ ਗੁਰੂ ਧੰਨ ਵਾਹਿ ਗੁਰੂ ਸਾਹਿਬ ਜੀਓ। ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ। ਜਬ ਗੁਰ ਬੋਲਹਿ ਤਬ ਬਿਸ਼ਮ ਹੋਏ ਜਾਇ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ। ਜੈਸੇ ਹਮ ਸਤਿਗੁਰ ਰਾਖ ਲਿਏ ਛਡਾਇ। ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ। ਜੈਸੇ ਹਮ ਸਤਿਗੁਰ ਰਾਖ ਲਿਏ ਛਡਾਇ। ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ। ਤੂੰ ਗੁਰ ਬੰਦਪ ਮੇਰਾ ਸਖਾ ਸਖਾ। ਪਰਮ ਸਨਮਾਨਯੋਗ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਏਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਇਹ ਵਿਸ਼ੇਸ਼ ਗੁਰਮਤਿ ਦੀਵਾਨ ਮਹਾਂਪੁਰਖਾਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਨੇ। ਹੁਣੇ ਹੀ ਸਨਮਾਨਯੋਗ ਭਾਈ ਪ੍ਰੀਤਮ ਸਿੰਘ ਜੀ ਹਜ਼ੂਰ ਦੇ ਇਸ ਬਚਨ ਨੂੰ ਕੀਰਤਨ ਰਾਹੀਂ ਸਾਨੂੰ ਵਾਰ-ਵਾਰ ਦ੍ਰਿੜ ਕਰਾ ਰਹੇ ਸਨ। ਕੁਦਰਤ ਕੀਮ ਨਾ ਜਾਣੀਐ, ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ, ਜਿਚਰ ਘਟ ਮੈਂ ਸਾਹ। ਆਓ ਇਸ ਅੰਮ੍ਰਿਤ ਬਚਨ ਨੂੰ ਗੁਰੂ ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਸਕੀਏ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹੋ, ਬਖਸ਼ੋ ਅਸੀਸ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ
ਪਾਵਨ ਪਵਿੱਤਰ ਅੰਮ੍ਰਿਤ ਬਚਨ ਦੇ ਅਖਰੀ ਅਰਥ ਭਾਵ ਅਰਥ ਬਿਲਕੁਲ ਸੁਖੈਨ ਨੇ। ਜਿਤਨੇ ਹੀ ਇਸ ਦੇ ਅਖਰੀ ਅਰਥ ਸੁਖੈਨ ਨੇ, ਉਨਾ ਹੀ ਸਾਰੀ ਜ਼ਿੰਦਗੀ ਵਿੱਚ ਇਸ ਤੁਕ ਨੂੰ ਕਮਾਣਾ ਇੱਕ ਬਿਖਮਕਾਰ ਹੈ। ਅਰਥ ਬੜੇ ਸੌਖੇ ਨੇ ਕਿ ਕਰ ਬੰਦੇ ਤੂੰ ਬੰਦਗੀ, ਐ ਇਨਸਾਨ ਤੂੰ ਬੰਦਗੀ ਕਰ, ਸਿਮਰਨ ਕਰ। ਤੇ ਇੱਥੇ ਵਕਤ ਕੋਈ 2 ਘੰਟੇ, ਕੋਈ 3 ਘੰਟੇ, ਕੋਈ 5-7 ਘੰਟੇ ਨਹੀਂ। ਜਿਚਰ ਘਟ ਮੈਂ ਸਾਹ, ਜਿੰਨੀ ਦੇਰ ਤੱਕ ਤੇਰੇ ਸਰੀਰ ਘੜੇ ਵਿੱਚ ਪਰਮਾਤਮਾ ਨੇ ਸਵਾਸ ਟਿਕਾਏ ਨੇ, ਤੇਰੇ ਤਨ ਵਿੱਚ ਸਵਾਸ ਨੇ, ਉਨੀ ਦੇਰ ਤੱਕ ਤੂੰ ਪਰਮਾਤਮਾ ਦੀ ਬੰਦਗੀ ਕਰੀ ਜਾ। ਇਹਦਾ ਮਤਲਬ ਕਿ ਜ਼ਿੰਦਗੀ ਦੇ ਐਸ ਜ਼ਿੰਦਗੀ ਦੇ ਦ੍ਰਿਸ਼ਟਮਾਨ ਜ਼ਿੰਦਗੀ ਦੇ ਅੰਤ ਤੱਕ ਤੂੰ ਪਰਮਾਤਮਾ ਦੀ ਬੰਦਗੀ ਕਰੀ ਜਾ। ਥੋੜੀ ਜੀ ਪਹਿਲਾਂ ਬੇਨਤੀ ਹੈ ਸਵਾਸਾਂ ਦੇ ਮੁਤਲਕ। ਸਰੀਰ 5 ਤੱਤਾਂ ਦਾ ਬਣਿਆ ਹੈ। ਪਿਛਲੇ ਦਿਨ ਇੱਕ ਅਰਜ਼ ਕਰਕੇ ਆਇਆ, ਇੱਕ ਤੁਕ ਅਸੀਂ ਸਾਰੇ ਪੜ੍ਹਨੇ ਆ। ਕੋਈ ਵੀ ਚੀਜ਼ ਆਪਾਂ ਖਰੀਦੀਏ, ਉਹ ਲਿਕਵਿਡ ਹੋਵੇ ਤੇ ਉਸ ਚੀਜ਼ ਨੂੰ ਟਿਕਾਣ ਵਾਸਤੇ ਬਰਤਨ ਪਹਿਲਾਂ ਅਤ ਜ਼ਰੂਰੀ ਹੈ। ਮੰਨ ਲਓ ਪਾਣੀ ਹੈ ਤੇ ਪਾਣੀ ਲੈਣ ਜਾਈਏ ਤੇ ਪਾਣੀ ਨੂੰ ਟਿਕਾਣ ਵਾਸਤੇ ਕੋਈ ਭਾਂਡਾ ਹੋਣਾ ਅਤ ਜ਼ਰੂਰੀ ਹੈ। ਜੇਕਰ ਕੋਈ ਕਹੇ ਵੀ ਤੁਸੀਂ ਪਾਣੀ ਦੇ ਕੋਲ ਜਾਓ, ਪਾਣੀ ਆਪਣੇ ਆਪ ਵਿੱਚੋਂ ਆਪ ਹੀ ਭਾਂਡਾ ਪੈਦਾ ਕਰ ਲਏਗਾ, ਇਹ ਅਸੰਭਵ ਹੈ ਕਿ ਜੇ ਖੂਹ ਦਾ ਪਾਣੀ, ਨਲਕੇ ਦਾ ਪਾਣੀ, ਕਿਸੇ ਥਾਂ ਤੋਂ ਵੀ ਪਾਣੀ ਲੈਣਾ ਹੈ, ਉਹਦੇ ਲਈ ਪਹਿਲੀ ਸ਼ਰਤ ਇਹ ਵੇ ਕਿ ਜਿਸ ਵਿੱਚ ਪਾਣੀ ਟਿਕਾਣਾ ਉਹ ਭਾਂਡਾ ਬੰਦੇ ਦੇ ਕੋਲ ਹੋਣਾ ਚਾਹੀਦਾ ਹੈ। ਜੇ ਭਾਂਡਾ ਨਹੀਂ ਤੇ ਆਪਾਂ ਹੱਥਾਂ ਦੀ ਓਕ ਬਣਾਉਂਦੇ ਆ, ਬੁੱਕ। ਅਸੀਂ ਬੁੱਕ ਵਿੱਚ ਪਾਣੀ ਟਿਕਾਂਗੇ, ਪਰ ਯਾਦ ਰੱਖੋ ਕਿ ਪਾਣੀ ਨੂੰ ਟਿਕਾਣ ਵਾਸਤੇ ਬਰਤਨ ਹੋਣਾ ਅਤ ਲਾਜ਼ਮੀ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਖਸ਼ਿਸ਼ ਕੀਤੀ ਤੇ ਹੈ ਇਹ ਪਰਮਾਤਮਾ ਦਾ ਤਰਸ, ਉਸ ਦੀ ਦਇਆ, ਉਸ ਦਾ ਅਨੁਗ੍ਰਹਿ, ਉਸ ਦੀ ਕਿਰਪਾ। ਹਰ ਚੀਜ਼ ਟਿਕਾਣ ਲਈ ਕੋਈ ਬਰਤਨ, ਕੋਈ ਪਾਤਰ, ਕੋਈ ਭਾਂਡਾ ਚਾਹੀਦਾ ਹੈ। ਪਰ ਸੱਚ ਇਹ ਵੇ, ਜਿਹੜੇ ਭਾਂਡੇ ਲੈ ਕੇ ਆਪਾਂ ਬੈਠੇ ਹਾਂ, ਘੱਟ ਲੈ ਕੇ ਬੈਠੇ ਹਾਂ ਸਰੀਰ, ਪਰਮਾਤਮਾ ਨੇ ਪਹਿਲਾਂ ਇੱਕ ਸਿਰਫ ਪਾਣੀ ਦੀ ਬੂੰਦ, ਸਿਰਫ ਇੱਕ ਨਿੱਕਾ ਜਿਹਾ ਸੈੱਲ ਪੈਦਾ ਕੀਤਾ। ਉਹਨੇ ਇਹ ਨਹੀਂ ਕਿਹਾ ਕਿ ਸਰੀਰ ਪਹਿਲਾਂ ਚਾਹੀਦਾ ਹੈ ਤਾਂ ਜਿੰਦ ਟਿਕਾਂਗਾ। ਉਹਨੇ ਉਸ ਪਾਣੀ ਦੀ ਬੂੰਦ ਵਿੱਚੋਂ, ਉਸ ਜੀਵ ਵਿੱਚੋਂ ਸਰੀਰ ਦੀ ਬਣਤਰ ਬਣਾ ਦਿੱਤੀ। ਭਾਂਡਾ ਉਹਨੇ ਬਾਅਦ ਵਿੱਚ ਬਣਾਇਆ ਤੇ ਜਿਹੜੀ ਚੀਜ਼ ਭਾਂਡੇ ਵਿੱਚ ਟਿਕਣੀ ਉਹ ਪਹਿਲਾਂ ਪੈਦਾ ਕਰ ਦਿੱਤੀ। ਫਿਰ ਬੇਨਤੀ ਸਮਝਿਓ ਕਿ ਆਹ ਸਰੀਰ ਇੱਕ ਭਾਂਡਾ ਹੈ। ਇਸ ਅੰਦਰ ਜੀਵ ਆਤਮਾ ਸ਼ਬਦ ਵਰਤ ਲਓ, ਜਿੰਦ ਸ਼ਬਦ ਵਰਤ ਲਓ, ਪਰ ਇਹ ਭਾਂਡਾ ਅਸੀਂ ਕਿਸੇ ਤੋਂ ਲਿਆ ਨਹੀਂ। ਇਸ ਭਾਂਡੇ ਵਿੱਚ ਜੋ ਜਿੰਦ ਟਿਕੀ ਏ, ਸੱਚ ਇਹ ਵੇ ਇਹ ਭਾਂਡਾ ਵੀ ਇੱਕ ਪਾਣੀ ਦੀ ਬੂੰਦ ਵਿੱਚੋਂ ਬਣਿਆ। ਜਿਸ ਚੀਜ਼ ਨੇ ਟਿਕਣਾ ਉਹਨੇ ਹੀ ਭਾਂਡੇ ਨੂੰ ਪੈਦਾ ਕੀਤਾ ਹੈ। ਇਹ ਪਵਿੱਤਰ ਤੁਕ ਰੋਜ਼ ਤੁਸੀਂ ਪੜ੍ਹਦੇ ਹੋ। ਜਿਹੜਾ ਸ਼ਬਦ ਆਉਂਦਾ, ਖਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਅਖੀਰ ਵਾਲੀ ਤੁਕ ਪੜੋ ਕਿ ਜੀਓ ਪਾਏ ਪਿੰਡ ਜਿਨ ਸਾਜਿਆ। ਪਹਿਲਾਂ ਇਹ ਨਹੀਂ ਕਿਹਾ ਪਿੰਡ ਸਾਜਿਆ ਤੇ ਫਿਰ ਜੀਓ ਪਾਇਆ। ਕਹਿਣ ਲੱਗੇ ਪਰਮਾਤਮਾ ਨੇ ਪਹਿਲਾਂ ਜੀਓ ਪੈਦਾ ਕੀਤਾ, ਉਹਨੂੰ ਜੀਵ ਕਹਿ ਲੋ, ਸੈੱਲ ਕਹਿ ਲੋ, ਬਿੰਦ ਕਹਿ ਲੋ, ਜੋ ਬਾਣੀ ਸ਼ਬਦ ਆਏ ਨੇ, ਉਹਦੇ ਵਿੱਚੋਂ ਉਹਨੇ ਪਿੰਡ ਸਾਜਿਆ, ਉਸ ਵਿੱਚੋਂ ਸਰੀਰ ਬਣਾਇਆ, ਭਾਂਡਾ ਬਣਾਇਆ। ਜੀਓ ਪਾਏ ਪਿੰਡ ਜਿਨ ਸਾਜਿਆ, ਤੇ ਸਾਜਣ ਤੋਂ ਬਾਅਦ ਦਿੱਤਾ ਪਹਿਨਣ ਖਾਣ। ਇਹਦਾ ਮਤਲਬ ਕਿ ਭਾਂਡਾ ਉਸ ਵਿੱਚੋਂ ਪੈਦਾ ਹੋਇਆ। ਹੁਣ ਇਹ ਜਿਹੜਾ ਭਾਂਡਾ ਹੈ, ਇਹ ਸਰੀਰ ਆਪਾਂ ਜੋ ਲੈ ਕੇ ਬੈਠੇ ਹਾਂ, ਇਹ ਸੱਚਾਈ ਇਹ ਆਇਆ ਹੈ, ਪਰ ਇਹਨੇ ਵਾਪਸ ਜਾਣਾ ਨਹੀਂ। ਆਇਆ ਜ਼ਰੂਰ ਹੈ ਪਰ ਵਾਪਸ ਕਦੀ ਨਹੀਂ ਇਹ ਜਾਏਗਾ। ਅਖੀਰ ਇਹਨੂੰ ਇਸ ਸੰਸਾਰ ਵਿੱਚ ਹੀ ਰਹਿਣਾ ਪੈਣਾ। ਇਸ ਸੰਸਾਰ ਵਿੱਚੋਂ ਜਦੋਂ ਜਿੰਦ ਵੱਖ ਹੋਈ ਤੇ ਇਸ ਸਰੀਰ ਦੀ ਕੀਮਤ ਵੀ ਕਿੰਨੀ ਕੁ ਹੈ।
सतगुरु दे अमृत बचन असीं पढ़ने हैं। शरीर ਉਹੀ है। ਅੱਜ भी सुबह ਦੀ ਇੱਕੋ ਗੱਲ ਮਨ ਵਿੱਚ ਚੱਲੀ ਜਾ ਰਹੀ ਹੈ ਕਿ ਜਿੰਨੀ ਦੇਰ ਤੱਕ ਅੰਦਰ ਜੀਓ ਹੈ ਉਨੀ ਦੇਰ ਤੱਕ ਸਰੀਰ ਨੂੰ ਵੀ ਜੀਓ ਹੈ, ਤੇ ਜਿਸ ਦਿਨ ਉਹ ਜੀਓ ਚਲਾ ਗਿਆ ਇਹਨੂੰ ਵੀ ਕਿਸੇ ਨੇ ਜੀਓ ਨਹੀਂ ਕਹਿਣਾ। ਹੈ ਤਾਂ ਜੀਓ ਹੀ ਨਾ, ਕਿ ਜੀ ਆਇਆਂ ਨੂੰ ਮਿਲਦਿਆਂ ਲੋਕ ਖੁਸ਼ ਹੁੰਦੇ ਨੇ, ਪ੍ਰਸੰਨ ਹੁੰਦੇ ਨੇ, ਤੇ ਜਿੰਨੀ ਦੇਰ ਤੱਕ ਉਹ ਜੀਓ ਹੈ, ਉਹ ਜਿੰਦ ਹੈ। ਬੇਨਤੀ ਹੈ ਕਿ ਕਿਤੇ ਇਨਸਾਨ ਦੇ ਕੱਪੜੇ ਨੂੰ ਅੱਗ ਦੀ ਚਿੰਗਿਆੜੀ ਪੈ ਜਾਏ ਤੇ ਇੱਕੋ ਦਮ ਸਾਰੇ ਦੌੜ ਕੇ ਕਹਿਣਗੇ ਦੇਖਿਓ ਕੱਪੜੇ ਨੂੰ ਅੱਗ ਲੱਗ ਗਈ, ਸਾਰੇ ਬੁਝਾਉਣ ਵੱਲ ਭੱਜਣਗੇ। ਪਰ ਜਦੋਂ ਉਹ ਜੀਓ ਨਿਕਲਦਾ ਹੈ ਫਿਰ ਸਾਰੇ ਇਕੱਠੇ ਹੋ ਕੇ ਉਸ ਸਰੀਰ ਨੂੰ ਅੱਗ ਦੇ ਭੇਟ ਕਰਨ ਜਾਂਦੇ ਨੇ। ਸਰੀਰ ਉਹੀ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਇਹ ਬਚਨ ਕਹੇ ਕਿ ਜਿਚਰ ਵਸਿਆ ਕੰਤ ਘਰ, ਜੀਓ ਸਭ ਕਾ ਹਾਥ, ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਜਦੋਂ ਕੰਤੜਾ ਚਲਾ ਗਿਆ ਫਿਰ ਕਿਸੇ ਨੇ ਜੀਓ ਕਹਿਣਾ ਹੈ। ਉਸ ਪਰਮਾਤਮਾ ਨੇ, ਪਰਿਪੂਰਨ ਪ੍ਰਭੂ ਨੇ ਇਸ ਸਰੀਰ ਵਿੱਚ ਜਿੰਦ ਟਿਕਾ ਦਿੱਤੀ, ਤੇ ਇਹ ਕਦੀ ਵੀ ਸਿੱਖ ਭੁੱਲੇ ਨਾ। ਕੋਈ ਵੀ ਕਾਰਜ ਕਰੇ ਇਸ ਨੁਕਤੇ ਨੂੰ ਜ਼ਰੂਰ ਚੇਤੇ ਰੱਖੇ, ਮੇਰੀ ਜ਼ਿੰਦਗੀ ਵਿੱਚ ਆਉਣ ਦਾ ਮਕਸਦ ਕੀ ਹੈ। ਭਾਈ ਸਾਹਿਬ ਭਾਈ ਨੰਦ ਲਾਲ, ਉਹਨਾਂ ਨੇ ਬੜੇ ਸੋਹਣੇ ਸ਼ਬਦ ਕਹੇ। ਉਹਨਾਂ ਦੀ ਗਜ਼ਲ, ਪਹਿਲੀ ਗਜ਼ਲ ਦਾ ਪਹਿਲਾ ਸ਼ੇਰ ਹੀ ਇੱਕ ਹੈ। ਕਹਿਣ ਲੱਗੇ ਲੋਕ ਸੋਚਦੇ ਨੇ ਤਨ ਦੇ ਸੁਹੱਪਣ ਕਰਕੇ ਅਸੀਂ ਮਸ਼ਹੂਰ ਹਾਂ, ਕੋਈ ਸੋਚਦੇ ਨੇ ਤਨ ਦੀ ਤਾਕਤ ਬਲ ਕਰਕੇ ਅਸੀਂ ਮਸ਼ਹੂਰ ਹਾਂ, ਕੋਈ ਸੋਚਦੇ ਨੇ ਕਿ ਚੰਗੇ ਕਰਮ ਨੇ ਤੇ ਸਰੀਰ ਆਰੋਗ ਮਿਲਿਆ ਹੈ। ਕਹਿਣ ਲੱਗੇ ਹੇ ਮਾਲਕ ਜੀ, ਮੈਂ ਇਸ ਤਨ ਵਿੱਚ ਤਾਂ ਆਇਆ ਕਿ ਤੇਰੀ ਬੰਦਗੀ ਕਰਾਂ। ਜੇ ਤੇਰੀ ਬੰਦਗੀ ਨਹੀਂ ਤੇ ਮੈਨੂੰ ਇਸ ਤਨ ਵਿੱਚ ਰਹਿਣ ਦਾ ਕੋਈ ਚਾਅ ਨਹੀਂ, ਕੋਈ ਸ਼ੌਕ ਨਹੀਂ। ਤਨ ਤਾਂ ਚੁੱਕੀ ਵਿਰਨਾ, ਇਹਦੇ ਰਾਹੀਂ ਤੇਰੀ ਬੰਦਗੀ ਹੋ ਸਕੇ। ਸਿਰਫ ਉਸ ਤੁਕ ਤੇ ਜਿਚਰ ਘਟ ਮੈਂ ਸਾਹ, ਉਹਨਾਂ ਦਾ ਬਚਨ ਹੈ ਕਿ ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੇ ਜ਼ੋਕੇ ਚੁਨੀ ਆਮਦਨ ਨਾ ਬੂਦ ਮਰਾ। ਹਵਾਏ ਦਾ ਅਰਥ ਤਾਂਗ, ਤੇਰੀ ਬੰਦਗੀ ਦੀ ਤਾਂਗ ਮੈਨੂੰ ਜਿਸਮ ਵਿੱਚ ਲੈ ਕੇ ਆਈਏ। ਮੈਨੂੰ ਪਤਾ ਸੀ ਮੇਰਾ ਮਹਿਬੂਬ ਨਿਰਾਕਾਰ ਤੋਂ ਆਕਾਰ ਬਣਾ ਕੇ ਗਿਆ ਹੈ, ਤੇ ਚਿੱਤ ਵਿੱਚ ਆਇਆ ਮਨਾ ਕਿ ਇਸ ਦੇਹੀ ਨੂੰ ਲੈ ਕੇ, ਇਸ ਵਜੂਦ ਨੂੰ ਲੈ ਤੇ ਤੂੰ ਵੀ ਸੰਸਾਰ ਤੇ ਜਾ। ਹਵਾਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਜੂਦ ਦਾ ਅਰਥ ਅਸੀਂ ਕਹਿੰਦੇ ਹਾਂ ਹਸਤੀ। ਤੇਰੀ ਬੰਦਗੀ ਦੀ ਤਾਂਗ ਨੇ ਮੇਰਾ ਵਜੂਦ ਕਾਇਮ ਕੀਤਾ। ਵਗਰ ਨੇ ਜ਼ੋਕੇ ਚੁਨੀ ਆਮਦਨ ਨਾਬੂਦ ਮਰਾ, ਨਹੀਂ ਤੇ ਸਾਨੂੰ ਕੋਈ ਸ਼ੌਂਕ ਨਹੀਂ ਇਸ ਪਿੰਡੇ ਨੂੰ ਚੁੱਕਣ ਦਾ। ਇੱਕ ਬੰਦਗੀ ਸਤਿਗੁਰੂ ਦੀ ਬਾਣੀ ਵਿੱਚੋਂ। ਫਿਰ ਇਸ ਸਰੀਰ ਨੂੰ ਚਲਾਉਣ ਲਈ ਜਿੱਥੇ 5 ਤੱਤ ਨੇ, 5 ਗਿਆਨ ਇੰਦਰੇ ਨੇ, 5 ਕਰਮ ਇੰਦਰੇ ਨੇ, ਉਸ ਤੋਂ ਇਲਾਵਾ ਇਹਦੇ ਵਿੱਚ 25 ਪ੍ਰਕਿਰਤੀਆਂ ਦੀ ਆਪਾਂ ਗੱਲ ਕਰਨੇ। ਬਹੁਤ ਅਨੋਖੀ ਜੀ ਦਾਤ ਹੈ ਆ ਦੇਈ ਪਰਮਾਤਮਾ ਜੀ ਜੋ ਦਿੱਤੀ ਹੈ। ਉਂਝ ਵੈਸੇ ਆਮ ਤੌਰ ਤੇ ਸੱਚ ਹੈ, ਤੁਸੀਂ ਸੂਝਵਾਨ ਬੈਠੇ ਹੋ, ਜਿਤਨੀ ਸਿੱਖ ਦੇਹੀ ਨੂੰ ਭੰਡਣ ਲੱਗ ਪਏ ਨੇ। ਇਹਦਾ ਮਤਲਬ ਇਹ ਨਹੀਂ ਮੈਂ ਕਿਸੇ ਦੇਹ ਧਾਰੀ ਗੁਰੂ ਦੀ ਜਾਂ ਪਖੰਡੀ ਦੀ ਕੋਈ ਪ੍ਰੋੜਤਾ ਕਰ ਲੱਗਾ। ਘੱਟੋ ਘੱਟ ਇਹ ਤਾਂ ਸਮਝੀਏ ਇਹ ਦੇਹ ਕਿੰਨੀ ਕੁ ਕੀਮਤੀ ਹੈ। ਸ਼ੁਰੂਆਤ ਸਾਰੇ ਅਸੀਂ ਇੱਥੋਂ ਕਰਨੇ ਆ ਕਿ ਦੁਲੱਭ ਦੇਹ ਪਾਈ ਵਡਭਾਗੀ, ਜਾਂ ਪੜ੍ਹਨੇ ਆ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ। ਜਾਂ ਸਾਹਿਬ ਦੇ ਬਚਨ ਨੇ ਗੁਰਮੁਖ ਜਨਮ ਜਿਹੜਾ ਹੈ ਇਹ ਬੜੇ ਭਾਗਾਂ ਨਾਲ ਮਿਲਦਾ ਹੈ। ਇਹ ਬਖਸ਼ਿਸ਼ ਤੋਂ ਬਿਨਾਂ ਜਨਮ ਨਹੀਂ ਮਿਲ ਸਕਦਾ। ਮਾਨਸ ਜਨਮ ਦੁਲੰਭ ਗੁਰਮੁਖ ਪਾਇਆ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਹਰ। ਤੇ ਜੇ ਇੰਨਾ ਕੀਮਤੀ ਦੇਈ ਹੈ ਤੇ ਫਿਰ ਇਸ ਦੀ ਨਿੰਦਿਆ ਕਾਸ ਲਈ। ਇਹਨੂੰ ਕਿਉਂ ਨਿੰਦਿਆ ਜਾ ਰਿਹਾ ਹੈ? ਸਿਰਫ ਥੋੜੀਆਂ ਜੀਆਂ ਬੇਨਤੀਆਂ ਕਰਕੇ। ਇਸ ਵਿੱਚ ਕੱਲੀ ਮਿੱਝ ਨਹੀਂ, ਕੱਲੀਆਂ ਇਸ ਵਿੱਚ ਖੱਡੀਆਂ ਨਹੀਂ। ਉਸ ਪਰਿਪੂਰਨ ਪਰਮਾਤਮਾ ਨੇ ਇੰਨਾ ਕੁ ਤਰਸ ਕੀਤਾ। ਸਿਰਫ ਸੰਖੇਪ ਜੀ ਬੇਨਤੀ ਕਰਦੇ ਹਾਂ ਕਿ ਉਸ ਵਾਹਿਗੁਰੂ ਜੀ ਨੇ ਸਾਡੇ ਤੇ ਤਰਸ ਕੀਤਾ, ਸਾਨੂੰ ਇਹ ਦੇਹੀ ਦਿੱਤੀ, ਤੇ ਇਸ ਦੇਹੀ ਵਿੱਚ ਆਪਣਾ ਹੀ ਆਸਣ ਬੁਲਾ ਕੇ ਉਹ ਆ ਬੈਠ ਗਿਆ। ਸਾਰੀ ਬਾਣੀ 'ਚ ਅਸੀਂ ਪੜ੍ਹਨੇ ਆ। ਇਹ ਤਾਂ ਆਪੋ ਆਪਣੀ ਰੁਚੀ ਹੈ, ਬੰਦੇ ਨੇ ਖੋਜਣਾ ਕੀ। ਮੈਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਉਹਨਾਂ ਦੀ ਇੱਕ ਗੱਲ ਬੜੀ ਚੰਗੀ ਲੱਗਦੀ ਹੈ। ਵੈਸੇ ਤਾਂ ਹਰ ਸੁੱਖ ਨਹੀਂ ਉਹਨਾਂ ਦਾ ਬਹੁਤ ਕੀਮਤੀ ਹੈ। ਉਹ ਕਹਿੰਦੇ ਨੇ ਕਈ ਵਾਰੀ ਬੰਦਾ ਨਾ ਗੁਨਾਹ ਖੁਦ ਕਰਦਾ ਹੈ, ਪਾਪ ਖੁਦ ਕਰਦਾ ਹੈ, ਤੇ ਦੋਸ਼ ਰੱਬ ਉੱਤੇ ਆਰੋਪਣ ਕਰ ਦਿੰਦਾ ਹੈ। ਇਹ ਸੁਭਾਅ ਜੇ ਬੰਦੇ ਦਾ ਕਿ ਜਦੋਂ ਕੋਈ ਕੰਮ ਇਹਦਾ
ਚੰਗਾ ਹੋ ਜਾਏ ਉਹ ਸਾਰੇ ਆਪਣੇ ਖਾਤੇ ਪਾਉਂਦਾ ਹੈ, ਤੇ ਜਦੋਂ ਜ਼ਿੰਦਗੀ ਵਿੱਚ ਕੋਈ ਗਲਤੀ ਕਰਦਾ ਹੈ, ਗੁਨਾਹ ਕਰਦਾ ਹੈ, ਉਹ ਸਾਰੇ ਦੇ ਸਾਰੇ ਗੁਨਾਹ ਵਾਲੇ ਕੰਮ ਜਿਹੜੇ ਨੂੰ ਰੱਬ ਦੇ ਖਾਤੇ ਪਾ ਦਿੰਦਾ ਹੈ। ਇਹ ਬੰਦਾ ਇਸ ਤਰ੍ਹਾਂ ਨਹੀਂ ਕਰਦਾ ਹੈ। ਆਪਣੇ ਆਪ ਨੂੰ ਬੇਦੋਸ਼ ਰੱਖਣ ਲਈ ਇਹ ਕਹਿ ਦਿੰਦਾ ਹੈ ਕਿ ਰੱਬ ਨੇ ਮੇਰੇ ਨਾਲ ਆ ਕੀਤਾ, ਚੰਗਾ ਕਰਾਂ ਤਾਂ ਮੇਰਾ, ਮੰਦਾ ਕਰੇ ਤੇ ਪਰਮਾਤਮਾ ਦਾ। ਉੱਥੇ ਭਾਈ ਸਾਹਿਬ ਨੇ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ। ਕਹਿੰਦੇ ਨੇ ਇੱਕ ਦਾਖ ਤੇ ਦੂਸਰਾ ਅੰਗੂਰ, ਅੰਗੂਰਾਂ ਦੀਆਂ ਵੇਲਾਂ ਹੁੰਦੀਆਂ ਨੇ। ਕਹਿੰਦੇ ਨੇ ਦਾਖ ਤੇ ਅੰਗੂਰ ਮਿੱਟੀ ਦੇ ਵਿੱਚੋਂ ਹੀ ਪੈਦਾ ਹੋਏ ਨੇ, ਜਾਂ ਉਹਨਾਂ ਸੰਤਰੇ ਸ਼ਬਦ ਵੀ ਵਰਤਿਆ। ਕਹਿਣ ਲੱਗੇ ਇਹ ਮਿੱਟੀ ਵਿੱਚੋਂ ਪੈਦਾ ਹੋਏ ਨੇ, ਅੰਗੂਰਾਂ ਵਿੱਚ ਵੀ ਰਸ, ਸੰਤਰੇ ਵਿੱਚ ਵੀ ਰਸ। ਇੱਕ ਆਦਮੀ ਅੰਗੂਰ ਤੋੜਦਾ ਤੇ ਉਹਦੇ ਰਸ ਦੇ ਵਿੱਚੋਂ ਉਹ ਗਲੂਕੋਜ਼ ਖੰਡ ਬਣਾ ਲੈਂਦਾ ਹੈ, ਤੇ ਜਦੋਂ ਗਲੂਕੋਜ਼ ਬਣਾਉਂਦਾ ਹੈ ਜਾਂ ਉਹ ਸ਼ੂਗਰ ਬਣਾਉਂਦਾ ਹੈ, ਕਿਸੇ ਆਦਮੀ ਦਾ ਜਿਸਮ ਦਾ ਪਾਣੀ ਘਟਦਾ ਹੈ। ਅਸੀਂ ਦੇਖਦੇ ਸਾਂ ਪੁਰਾਤਨ ਸਮੇਂ ਅੱਜ ਵੀ, ਮੰਨ ਲਓ ਉਹਦਾ ਪਾਣੀ ਘਟ ਜਾਏ ਤੇ ਡਾਕਟਰ ਸਾਹਿਬਾਨ ਕੀ ਕਰਦੇ ਨੇ ਕਿ ਉਹਨੂੰ ਕਿਹਾ ਜਾਂਦਾ ਇਹਨੂੰ ਗਲੂਕੋਜ਼ ਘੋਲ ਕੇ ਪਾਣੀ ਦੇ ਵਿੱਚ ਪਿਆ ਦਿੱਤਾ ਜਾਏ। ਉਹ ਬੰਦੇ ਦੇ ਸਰੀਰ ਨੂੰ ਤਾਕਤ ਦਿੰਦਾ ਹੈ। ਇੱਕ ਨੇ ਅੰਗੂਰ ਤੋੜੇ, ਉਸ ਦੀ ਖੰਡ ਬਣਾ ਲਈ, ਉਸ ਦੀ ਦਵਾਈ ਬਣਾ ਲਈ, ਬਿਮਾਰ ਹੋਇਆ ਤੇ ਉਹਦੀ ਬਣਾਈ ਹੋਈ ਦਵਾਈ ਨੂੰ ਰੋਗੀ ਨੂੰ ਦਿੱਤਾ ਤੇ ਉਹਨੂੰ ਤੰਦਰੁਸਤੀ ਮਿਲ ਗਈ। ਹੁਣ ਦੂਜੇ ਨੇ ਉਹੀ ਅੰਗੂਰ ਤੋੜ ਕੇ ਮੱਟ ਵਿੱਚ ਪਾ ਕੇ ਗੁੜ ਪਾ ਕੇ ਸ਼ਰਾਬ ਬਣਾ ਲਿਆ ਤੇ ਕਹਿਣ ਲੱਗੇ ਅੰਗੂਰ ਤਾਂ ਉਹੀ ਨੇ, ਇੱਕ ਲਈ ਦਵਾਈ ਬਣ ਗਏ, ਉਹਨੂੰ ਤੰਦਰੁਸਤੀ ਮਿਲ ਗਈ, ਇੱਕ ਲਈ ਨਸ਼ਾ ਬਣ ਗਿਆ, ਉਹ ਪੀ ਕੇ ਲੋਕਾਂ ਨੂੰ ਗਾਲਾਂ ਪਿਆ ਕੱਢਦਾ ਹੈ। ਤੇ ਜੇ ਇਹ ਕਹਿਣ ਲੱਗ ਪਵੇ ਦੇਖੋ ਲੋਕੋ ਮੇਰਾ ਕੋਈ ਕਸੂਰ ਨਹੀਂ, ਕਸੂਰ ਤਾਂ ਅੰਗੂਰਾਂ ਦਾ ਹੈ ਜਿਹਦੇ ਵਿੱਚੋਂ ਨਸ਼ਾ ਨਿਕਲਿਆ। ਕਹਿਣ ਲੱਗੇ ਰੱਬ ਨੇ ਅੰਗੂਰ ਬਣਾਏ ਪਰ ਅਕਲ ਤਾਂ ਤੈਨੂੰ ਦਿੱਤੀ ਸੀ ਇਹਦੇ ਵਿੱਚੋਂ ਜ਼ਹਿਰ ਕੱਢਣਾ ਹੈ ਕਿ ਅੰਮ੍ਰਿਤ ਕੱਢਣਾ ਹੈ। ਭਾਈ ਸਾਹਿਬ ਦੀ ਰਚਨਾ ਹੈ ਕਿ ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ। ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗਲ ਲਟਕਾਏ। ਤੂੰ ਉਹ ਤੋੜ ਮੱਟ ਵਿੱਚ ਪਾਏ, ਰੱਖ ਰੱਖ ਕੇ ਤਰਕਾਏ, ਦੁੱਖ ਦੇਵੇ ਦਾਰੂ ਉਸ ਵਿੱਚੋਂ ਤੂੰ ਹਨ ਆਪ ਚਵਾਏ। ਇਹ ਤਾਂ ਸਾਰਾ ਹੀਲਾ ਤੂੰ ਕੀਤਾ, ਉਹਨਾਂ ਦਾ ਕਸੂਰ ਤਾਂ ਕੋਈ ਨਹੀਂ। ਜਿਵੇਂ ਇੱਕ ਅੰਗੂਰ, ਇੱਕ ਸੰਤਰਾ ਦਾਰੂ ਵੀ ਬਣ ਸਕਦਾ ਹੈ ਨਸ਼ਾ, ਤੇ ਚੇਤੇ ਰੱਖਿਓ ਦੂਜਾ ਦਾਰੂ ਦਵਾਈ ਵੀ ਬਣ ਸਕਦਾ ਹੈ। ਚੀਜ਼ ਉਹੀ ਹੈ, ਕਿਸੇ ਬਿਮਾਰ ਵਾਸਤੇ ਔਖਦੀ ਬਣ ਜਾਂਦੀ ਏ ਤੇ ਕਿਸੇ ਤੰਦਰੁਸਤੇ ਦੀ ਮਤ ਭ੍ਰਿਸ਼ਟ ਕਰਨ ਵਾਸਤੇ ਨਸ਼ਾ ਬਣ ਜਾਂਦਾ ਹੈ। ਇਹ ਦੇਹੀ ਦੀ ਵੀ ਇਹ ਖੇਡੇ, ਕਈਆਂ ਲਈ ਕੇਵਲ ਵਾਸ਼ਨਾ ਦਾ ਖਿਲੌਣਾ ਬਣ ਕੇ ਰਹਿ ਜਾਂਦਾ ਹੈ ਤੇ ਕਈ ਇਸੇ ਦੇਹੀ ਵਿੱਚੋਂ ਪਰਮਾਤਮਾ ਨੂੰ ਪ੍ਰਗਟ ਕਰ ਲੈਂਦੇ। ਇਹ ਸਮਝ ਕੇ ਆਪੋ ਆਪਣੀ ਦੇਖੋ। ਸਿਰਫ ਇੱਕ ਦੋ ਬਚਨ ਖੋਰ ਜੇ ਬਾਣੀ 'ਚ ਇਹ ਸ਼ਬਦ ਕਹੇ ਵੀ ਇਸ ਦੇਹੀ ਅੰਦਰ ਪੰਜ ਚੋਰ ਨੇ, ਸਾਰੇ ਅਸੀਂ ਪੜ੍ਹਨੇ ਆ ਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋ ਨਾ ਸੁਣੈ ਪੁਕਾਰਾ। ਇਸ ਦੇਹੀ ਵਿੱਚ ਨੇ। ਜੇ ਕਿਆ ਇੰਨੀ ਭ੍ਰਸ਼ਟ ਹੈ, ਪਹਿਲਾਂ ਮੈਂ ਸਿਰਫ ਜੋ ਦੂਸਰੇ ਪੱਖ ਨਾਸ਼ਵੰਤਾ ਦਾ, ਇਹਦੇ ਔਗਣਾ ਦਾ ਕਿ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਣ, ਪੰਜਵਾਂ ਪਾਇਆ ਕਿਰਤਾ ਹੋਵਾ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆਂ ਤਿੱਤ। ਇਹ ਵੀ ਤਾਂ ਸਰੀਰ ਦਾ ਇੱਕ ਸਿਸਟਮ ਹੀ ਹੈ ਨਾ, ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਪੰਜਾਂ ਕੀਮਤੀ ਦੇਵਤਿਆਂ ਦਾ ਬਣਿਆ ਪਕਵਾਨ ਸਰੀਰ ਦੀ ਸੰਗਤ ਕੀਤੀ, ਉਹ ਵੀ ਗੰਦਗੀ ਬਣ ਗਿਆ। ਧਿਆਨ ਦਿਆ ਜੀ, ਵਕਾਰ ਵੀ ਨੇ, ਗੰਦਗੀ ਵੀ ਇਹਦੇ ਵਿੱਚ ਹੈ। ਪਰ ਦੂਜਾ ਪੱਖ ਦੀ ਭੁੱਲੀਏ ਨਾ ਕਿ ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ, ਇੱਥੇ ਮਨ ਨਹੀਂ ਕਿਹਾ। ਦੇਗੀ ਮੈਂ ਇਸ ਕਾ ਵਿਸ਼ਰਾਮ, ਸੁਨ ਸਮਾਦ ਅਨਾ ਤੈਨਾਦ, ਕਹਿ ਨਾ ਜਾਈ ਅਚਰਜ ਬਿਸਮਾਦ। ਸਾਹਿਬ ਕਹਿੰਦੇ ਨੇ ਕੱਲਾ ਨਾਦ ਨਹੀਂ, ਕਬੀਰ ਪਾਲ ਸਮੂਹਾ ਸਰਵਰ ਭਰਾ। ਕਹਿੰਦੇ ਨੇ ਇੱਕ ਸਰੋਵਰ ਭਰਿਆ ਪਿਆ ਅੰਦਰ ਨਕਾ ਨਕ, ਜਿਹੜਾ ਕਿਨਾਰਿਆਂ ਤੋਂ ਉਛਲ ਉਛਲ ਕੇ ਪੈਂਦਾ ਹੈ ਤਾਂ ਦੇਈ ਨਾ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਕਹਿੰਦੇ ਨੇ ਲੋਕ ਸਰੋਵਰ ਦੇ ਕਿਨਾਰੇ ਬੈਠੇ ਪਿਆਸੇ ਮਰ ਗਏ, ਭਾਗ ਵੱਡਾ ਤੈਂ ਪਾਇਓ ਤੂੰ ਭਰ ਭਰ ਪੀਓ। ਕਬੀਰ ਉਹ ਸਰੀਰ ਹੀ ਹੈ ਨਾ। ਅੱਜ ਕੱਲ੍ਹ ਬਸੰਤ ਚੱਲ ਰਿਹਾ ਹੈ ਤੇ ਜਦੋਂ ਅਸੀਂ ਭਗਤ ਰਾਮਾਨੰਦ ਜੀ ਦਾ ਬਚਨ ਪੜ੍ਹਨੇ, ਉਹਨਾਂ ਨੇ ਵੀ ਦੇਹ ਦੀ ਗੱਲ ਕੀਤੀ। ਕਹਿਣ ਲੱਗੇ ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ
मन पयो पंग की करा मानी पिंगला हो गया है। जिन्हों बाहर लभण जांदा सा वो तां शरीर घर दे विच ही किरपा करी बैठा है शरीर ही। भगत पीपा जी ने पुछो, क्योंकि जिन्नी बाणी गुरु ग्रंथ साहिब च महापुरखां दी दर्ज है, ठीक है उन्हां दी जदों शुरुआत होवेगी अपने अपने अकीदे दी है, पर अखीर सारे एक मंजिल ते पहुंचे ने, अंदरों ही सब कुछ पाया है। भगत पीपा साहिब जी उन्हां दे ते बचन ने, कायों देवा कायों देवल कायों जंगम जाति, कहते ने काया ही मंदिर है, काया विच ही भगवान रहिंदा है। कबीर साहब नूं पुछो, वो कहते ने नहीं दखन देख सारी का वासा, पश्चिम अल्लाह मुकामा, दिल में खोज दिलै दिल खोजो, यही ठौर मुकामा। मेरी एक बेनती सी, ये तां साडा अपना सुभाग है, संगत विच आके यही सखना है कि अंगूर ने देख इत्थे तैनूं आवेगा ते इन्हां विचों रस अमृत चोन दी जांच गुरु दसेगा, ते करना तैनूं आप पैना है। ते जे कुसंग विच जाएगा साचे वे अंगूरां विचों नशा चोण दी जांच दस देणगे। सत संगत सानू अंदर कमान दी जांच दस दीए। फिर बेनती करां, पंजां तत्तां दा शरीर, इहदा सहारा की है? असीं कहांगे हड्डियां दा स्ट्रक्चर, हड्डियां दा ढांचा ये बाहर मुखी है। याद रखियो, जदों बंदे दी मौत हुंदी है हड्डी कोई नहीं टुटदी, पर ढांचा क्यों नहीं खड़ा रहिंदा? क्यों डिग पैंदा है? मुर्दे नूं देखो, लत्तां ओहदियां कायम ने, हड्डी लत्त दी नहीं टुटी, पैर दी नहीं टुटी, रीढ़ दी हड्डी बिल्कुल कायम है। ये ढांचा क्यों डिग पिया? जो गल भाई साहब कह रहे सन, कहन लगे शरीर दा थम हड्डियां नहीं, शरीर दा थम तेरे सवास ने। जिदन ये थमी निकल गई उदन वड्डा शरीर भी जमीन ते डिग पाएगा। कर बंदे तू बंदगी जिचर घट में सा सा की है। सतगुरु दे बचन ने, जल की भीत, अगे की हड्डियां दा ते नहीं क्या थंबा, पवन दा थंबा क्या? सवासां दा। जल की भीत पवन का थंबा, रक्त बुंद का गारा, हाड मास नाड़ी को पिंजर। चेते रखियो पिंजरा है, पर असली थम ता सवास ने। जिदन सवास निकल गए ना, इस महल ने ढेरी हो जाना है। हैरानगी की गल कि हड्डियां दा ढांचा दिसदा है, पर सवास नज़र नहीं आउंदे, रंग नहीं उन्हां दा दिसदा, पर हरकत करके महसूस किया जाता है। जल की भीत पवन का थंबा, रक्त बुंद का गारा, हाड मास नाड़ी को पिंजर, पंखी बसै बेचारा। दूसरा बचन, हर जियो गुफा अंदर रख के, तेनू किसे मकसद लई दिती है पवन ये श्वास। हर जियो गुफा अंदर रख के, वाजा पवन वजाया, श्वासां दा वाजा उन्हें वजा दिता। एक एक श्वास बड़ा कीमती है। भावें विचार कल करनी सी एक जगह, पर अजे प्रकरण आ गया, एक एक श्वास की कोई कीमत नहीं। कदी पुछ के देखो, इस शहर विच पता नहीं किन्ने लोग इस वक्त भी हस्पतालों विच एमरजेंसी विच दाखिल होने ने। उन्हां दे मुख दे ऊपर अपने कोलों आर्टिफिशियल शब्द वरत लीए, आदमी वालों श्वास दिते जा रहे हैं, मशीनां उन्होंने पंपिंग श्वास दे रही ने। पर याद रखिए कि जदों बंदा किते तंदुरुस्त हो जाता है, डॉक्टर बिल बनाएगा, जिन्ने घंटे उन्हें श्वास दिते, एक एक मिनट का पैसा वसूलदा है। तो याद रखो, वो श्वास बंदा लेंदा ना चल सकता है, ना फिर सकता है, ना बोल सकता है। कैद विच होए नूं श्वास मिलते हैं, तो कैदी नूं दिते हुए श्वासां दा एक एक पैसा वसूलिया जाता है। हुण इन्ने श्वास लेने पे, रब ने तो कदी पैसे भी साडे तो नहीं मंगे। कहंदे ने मैं तेरे तो रुपये नहीं मंगांगा श्वासां दे, बस श्वास निकल तेनू शुक्र करन दी जाच आ जाए, तेनू बंदगी करन दी जाच आ जाए। ये बड़े कीमती ने। तो इत्थे एक बेनती जरूर करते हैं, महापुरखों का स्थान है, यदी कीमत कोई टावा टावा जानता है, जानदा ही होवे जिहड़ा अंतले समय ते प्या हुंदा है। ते अंतले समय फिर बंदे दा वस कोई नहीं चलता। ताई साहब ने यह नहीं कहा कि जदों अंतला साह रह जाए उदों बंदगी करी। कह लगे एको गल कहने, जिन्नी देर तक अंतला साह निकलदा नहीं उन्नी देर तक बंदगी करी। असी सतगुरु दी बचन पढ़ने हैं कि जब लग जरा रोग नहीं आया, कर बंदे तू बंदगी, जब लग काल ग्रसी नहीं काया,
जब लग बिकल भई नहीं बानी, भज ले रे मन सारंग पानी। अब ना भजस भजस का भाई, आवे अंत ना भजया जाई। अंतले समय किवें जपेगा, पर जदों किते परमार्थ की गल चले तो यदी भी कीमत वही जानेगा जिहड़ा इस रस्ते का पांधी है। सारे नहीं जानते, हर चीज़ की कदर वही जानता है जिहड़ा जानकार है। अज्ञानी बंदा ਉਹਦੇ सामने मोती भी रख दिओ, वो यही कहेगा परां करो। जदों लंघना पैरां थल्ले रोड़ चुभदे ने, किसी जोरी नूं पुछ के देखिओ उन्हां कीमती हीरिਆਂ ਨੂੰ उन्हां नूं वसूलन लग्या, वेचन लग्या, किन्नी को कीमत मिलेगी। शायद यही कारण सतगुरु ने अमृत बाणी विच कहा, कहन लगे बसंत आई फुੱਲ खिड़े ने, बगीचियां विच वाशना सुगंधी दियां लपटां ने, पर एक खोते नूं कन्नों पकड़ के बगीचे विच लै जा, उन्हें किसी भी फुੱਲ दे नाल अपनी नासका नहीं लानी, उन्हें किसी बूटे दे नेड़े खो के सुगंधी नहीं लैनी। उन्हों जे तू बगीचे विच लै जाएगा, वो दुलत्ते मार के बूटे तोड़ेगा, भन्नेगा, अपने मूँह नाल पत्ते तोड़ेगा, पर किते तू भवरे नूं लै के जाई, वो बगीचे नूं विगाड़ेगा नहीं, वो महक माणेगा। हुण एक दा आकार इन्ना वड्डा, खोते दा गधे दा आकार इन्ना वड्डा, पर बदकिस्मती उन्होंने पता ही नहीं कि जिस बगीचे विच मैं आया इहदे फुੱਲ किन्ने को कीमती। कीमत वाला ही, ज्ञान वाला ही कदर जानेगा। सतगुरु ने बचन भी क्या, पाना वाड़ी होए घर, खर सार ना जाने। खोते नूं की पता की फुੱਲਾਂ की कीमत, रसिया होवे मुश्का ता फूल पछाणे। यही गल भाई मरदाना साहब ने एक बारी कही। सिर्फ 2 बचन मैं आप नाल गाथा रूप कह लो चाहे साखी रूप सांझे करने चाहन। उन्हें पाटली पुत्र जदों हजूर पहुंचे पटना साहब, उन्हें पूछया सी सच्चे पातशाह एक गल दी मैनूं समझ नहीं पैंदी, किसे पिंड जांदे हो ते लोग इकट्ठे हो के तुहाडे चरनां च झुकदे ने, जागीरदार झुकदे ने, विद्वान झुकदे ने, लोग अपनियां पलकां ते बिठांदे ने, ते किसे थां ते जांदे हो लोग वट्टे मारदे ने, ते कई लोग कुराइयां कहिंदे ने। मैनूं ये नहीं समझ पैंदी जिहड़े कुराइयां कहिंदे ने कि उदों वो बख्शिश किरपालता घट जांदी है कि जिहड़ी किरपा उन्हां लोकां नूं नज़र आउंदी है जिहड़े अदब करदे ने। सतगुरु हस पए, कहन लगे मरदानिया तेरा सवाल दुरुस्त है, जे जबान नाल उत्तर देंगे निवृत्ति तो हो जाएगी, पर प्रतख तेरियां अखां सामने वापरे तो फिर तेरी अंदर दी तसल्ली शंका बिल्कुल मसलिया जाएगा। तेरा यही सवाल है, एक इन्ना सन्मान देंदे ने ते दूजे दुरकार दे ने, यही समाज का ढांचा है। तो जिस वेले पटना साहब पाटली पुत्र शब्द वरता कि हजूर ने एक कीमती लाल दे के क्या मरदानिया पेट की भुख दूर करनी है, इनू वेच के अपनी उधर पूर्ति कर, भोजन लै लै। बाजार विच गया, लोग बहुत सन, कपड़े दियां दुकानां ने, आ सब्जी वेचण वालियां दियां दुकानां ने, हलवाइयां दियां दुकानां ने, उत्थे हर तरह का कारोबार करने वाला बंदा बाजार विच बैठा है। वो लाल तली ते रख के तुरिया, किसी ने गज कपड़ा कीमत पाई, किसी ने कहा मैं इस चमकदे रोड नूं की करना है पत्थर नूं, किसी ने 2-4 गाजर ते मूलियां कीमत पाई, किसी ने कहा दे जा किते तोलण दे काम आवेगा, मिठा लै जा खाण लई, किसी ने कह दिता कि जे मेरी दुकान ते आए कोई बादाम कोई होर चीज़ लै लै। ते जदों किते कीमती पारखू मिलिया, उन्हें खत दी तली ते देखिया, जदों कीमती लाल, उन्हें कहा मुट्ठी मूट लै। भाई मरदाना जी कहते मैं वेचण आया, कहन लगा इस पूरे पटने विच इहदी कीमत कोई नहीं दे सकता। नौकर नूं कहा 100 रुपया दे दे, क्योंकि जोहरियां दा धर्म है, इहदी तां दर्शन भेटा ही केवल 100 रुपया है। हुण देखो बाजार इक्को वे, एक बंदा गज कपड़ा कीमत पा रहा है, दूजा थोड़ी जी मठियाई कीमत पा रहा है, तीजा कह रहा चमकदे रोड नूं की करना है, ते पूरे शहर विच एक बंदा कदरदान है, वो कहंदा इहदी कीमत कोई नहीं पैंदी, सिर्फ इहदी दर्शन भेटा है। मरदाना जी ने आके वार्ता दसी, महाराज जी ने खस के कहा ये कल्ले पटने दे बाजार दी कहानी नहीं,
ਇਹ ਸਾਰੀ ਦੁਨੀਆ ਦੀ ਕਹਾਣੀ ਹੈ, ਜਿੱਥੇ ਬੇਕਦਰੇ ਮਿਲਣਗੇ ਕੁਰਾਈਏ ਕਹਿ ਕੇ ਵੱਟੇ ਮਾਰਨਗੇ, ਜਿੱਥੇ ਕਦਰਦਾਨ ਮਿਲ ਜਾਣ ਸੱਚ ਐਵੇਂ ਉਹ ਦੇ ਕੇ ਹੀ ਨਮਸਕਾਰ ਕਰ ਦਿੰਦੇ। ਗੱਲ ਤਾਂ ਅੰਦਰ ਦੇ ਗਿਆਨ ਦੀ ਹੈ, ਜਿੰਨੀ ਕਿਸੇ ਨੂੰ ਸੋਝੀ ਹੈ ਸਤਿਗੁਰੂ ਦੇ ਇਸ ਬਚਨ ਵੱਲ ਕਿ ਇਹ ਸਰੀਰ ਕੀਮਤੀ ਹੈ, ਸਵਾਸ ਦੀ ਕੋਈ ਕੀਮਤ ਨਹੀਂ, ਕੋਈ ਇਹਦੀ ਕੀਮਤ ਅਦਾ ਵੀ ਨਹੀਂ ਕਰ ਸਕਦਾ। ਪਰ ਇੱਥੇ ਇੱਕ ਬੇਨਤੀ ਮੈਂ ਇਹਦੇ ਨਾਲ ਹੀ ਉਹ ਘਟਨਾ ਜੋੜ ਕੇ ਅਰਜ਼ ਕਰਨੀ ਚਾਹੁੰਦਾ, ਜਿਸ ਨੂੰ ਕਦਰ ਹੈ, ਕਈ ਵਾਰੀ ਬੇਕਦਰੇ ਬੰਦੇ ਇਸ ਸਵਾਸਾਂ ਨੂੰ ਲੈ ਕੇ ਵੀ ਇਸ ਤਰ੍ਹਾਂ ਫੂਕਦੇ ਨੇ ਕਿ ਜਿਵੇਂ ਤੰਦੂਰ ਵਿੱਚ ਕੋਈ ਚੰਦਨ ਦੀ ਕੀਮਤੀ ਲੱਕੜ ਫੂਕਦਾ ਹੋਵੇ। ਜਿੰਨੀ ਵਾਸ਼ਨਾ ਵਿੱਚ ਜ਼ਿਆਦਾ ਬੰਦਾ ਪ੍ਰਵਿਰਤ ਹੈ, ਉਹਨੇ ਜ਼ਿਆਦਾ ਸਵਾਸ ਉਹਦੇ ਸੜਦੇ ਨੇ। ਸਭ ਤੋਂ ਜ਼ਿਆਦਾ ਸਵਾਸ ਕਾਮ ਤੇ ਕ੍ਰੋਧ ਖਾਂਦਾ ਹੈ। ਧਿਆਨ ਦਿਆ ਜੀ, ਲਾਲਚ ਇੰਨਾ ਨਹੀਂ ਸਵਾਸ ਖਾਂਦਾ, ਮੋਹ ਇੰਨੇ ਸਵਾਸ ਨਹੀਂ ਖਾਂਦਾ। ਸਭ ਤੋਂ ਜ਼ਿਆਦਾ ਅੱਗ ਜਿਹੜੀ ਸਵਾਸਾਂ ਨੂੰ ਲੱਗਦੀ ਏ, ਉਹ ਜਾਂ ਕ੍ਰੋਧ ਵਿੱਚ ਲੱਗਦੀ ਏ ਜਾਂ ਕਾਮ ਵਿੱਚ ਬੰਦੇ ਨੂੰ ਲੱਗਦੀ ਏ। ਉਦੋਂ ਬੰਦੇ ਦੇ ਸਵਾਸ ਫੂਕੇ ਜਾਂਦੇ ਨੇ। ਇਹ ਸਵਾਸ ਕੀਮਤੀ ਨੇ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਇੱਥੇ ਇੱਕ ਮਹਾਂਪੁਰਖਾਂ ਦੀ ਉਦਾਹਰਨ ਦੇ ਦਿਆਂ, ਨਾਲ ਦੋ ਮੈਂ ਬਚਨ ਕਰਨੇ ਸਨ, ਸਾਖੀ ਜਾਂ ਗਾਥਾ ਰੂਪ। ਇੱਕ ਨੌਜਵਾਨ ਰੋਜ਼ ਮਹਾਂਪੁਰਖਾਂ ਦੇ ਸਥਾਨ ਤੇ ਜਾਂਦਾ ਹੈ, ਉਹ ਸੇਵਾ ਕਰਦਾ ਭਾਵਨਾ ਦੇ ਨਾਲ, ਤੇ ਰੋਜ਼ਾਨਾ ਸੇਵਾ ਕਰਦਾ ਜ਼ਰੂਰ, ਭਾਵਨਾ ਵੀ ਹੈ, ਪਰ ਅੰਦਰ ਵਾਲਾ ਮਨ ਤਬਦੀਲ ਨਹੀਂ। ਕਿਉਂਕਿ ਅਕਲ ਜਿਹੜੀ ਹੈ, ਇਲਮ ਜਿਹੜਾ ਹੈ, ਉਹ ਅਸਲ ਵਿੱਚ ਅੰਦਰ ਦੀ ਬਖਸ਼ੀਸ਼ ਵਿੱਚ ਇੱਕ ਬੜੀ ਵੱਡੀ ਰੁਕਾਵਟ ਬਣ ਜਾਂਦਾ ਹੈ। ਜਿੰਨਾ ਬੰਦਾ ਸਿਆਣਾ ਹੁੰਦਾ, ਇੱਥੇ ਮੈਂ ਅਰਜ਼ ਕੀਤੀ ਸੀ, ਉਹਨਾਂ ਬੰਦਾ ਸਹੀ ਅਰਥਾਂ 'ਚ ਕਮਲਾ ਹੋ ਜਾਂਦਾ ਹੈ। ਜਿੰਨਾ ਸਿਆਣਾ ਹੁੰਦਾ, ਜਿੰਨਾ ਭਾਵਨਾ ਵਾਲਾ ਹੁੰਦਾ ਹੈ, ਉਹਨਾਂ ਅੰਦਰੋਂ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਤੇ ਕਿਹਾ, ਜਿੰਨਾ ਬੰਦਾ ਸਿਆਣਾ ਬਣਦਾ ਓਨੀ ਅੰਦਰ ਮਿੱਟੀ ਪੈਂਦੀ ਏ, ਜਿੰਨੀ ਗੁਰੂ ਦੀ ਗੱਲ ਸਤ ਬਚਨ ਕਰਕੇ ਮੰਨਦਾ ਓਨੀ ਅੰਦਰ ਭਾਵਨਾ ਸ਼ੁੱਧ ਹੁੰਦੀ ਹੈ। ਗੁਰਮਤਿ ਸਾਚੀ, ਹੁਜਤ ਦੂਰ, ਮਹਾਰਾਜ ਜੀ ਦੇ ਦੋ ਤੁਕਾਂ। ਗੁਰੂ ਦੀ ਮੱਤ ਹੀ ਅੰਦਰ ਨੂੰ ਸੁਚਮਤਾ ਦੇਗੀ। ਤੇ ਜਿੰਨੀਆਂ ਬੰਦਾ ਖੁਜਤਾ ਕਰਦਾ, ਇਉਂ ਸਮਝੋ ਜਿੰਨੇ ਗੁਰੂ ਨੂੰ ਖੁਜਤ ਕਰਨੀ ਸ਼ੁਰੂ ਕਰ ਦਿੱਤੀ, ਉਹਦੀ ਦੂਰੀ ਬਣ ਗਈ। ਖੁਜਤ ਦੂਰ, ਬਹੁਤ ਸਿਆਣਪ ਲਾਗੈ ਧੂਰ। ਧੂਰ ਦਾ ਅਰਥ ਚਰਨ ਧੂੜ ਨਹੀਂ, ਧੂਰ ਦਾ ਅਰਥ ਉਹਦਾ ਅੰਦਰ ਮੈਲਾ ਹੋ ਜਾਂਦਾ ਹੈ। ਉਹ ਜਾਂਦਾ ਵੀ ਏ, ਪਰ ਮਹਾਂਪੁਰਖਾਂ ਨੂੰ ਖੁਜਤਾਂ ਕਰਨੀਆਂ ਕਿ ਤੁਸੀਂ ਬੈਠੇ ਰਹਿੰਦੇ ਹੋ, ਜਿਹੜਾ ਆਉਂਦਾ ਉਹਨੂੰ ਕਹਿੰਦੇ ਹੋ ਨਾਮ ਜਪੋ, ਜਿਹੜਾ ਆਉਂਦਾ ਉਹਨੂੰ ਕਹਿੰਦੇ ਹੋ ਸੇਵਾ ਕਰੋ। ਉਹਨਾਂ ਸੋਚਿਆ ਵੀ ਇਸ ਬੰਦੇ ਨੂੰ ਕਿਸ ਢੰਗ ਨਾਲ ਸਮਝਾਈਏ। ਇੱਕ ਦਿਨ ਉਹ ਨੌਜਵਾਨ ਆਇਆ ਤੇ ਕਹਿਣ ਲੱਗਾ, ਬਾਬਾ ਜੀ ਅੱਜ ਮੈਂ ਸ਼ਾਮ ਨੂੰ ਨਹੀਂ ਆਉਣਾ, ਮੈਂ ਬਾਜ਼ਾਰ ਚੱਲਿਆ, ਸ਼ਹਿਰ ਚੱਲਿਆ, ਕੋਈ ਸਮਾਨ ਖਰੀਦਣਾ ਤੇ ਨਾਲ ਟੀਚਰਾਂ ਕਰੀ ਜਾਏ। ਉਹਨਾਂ ਕਿਹਾ, ਬੇਟਾ ਅਸੀਂ ਤਾਂ ਕਦੀ ਬਾਜ਼ਾਰ ਗਏ ਨਹੀਂ, ਇੱਕ ਕੰਮ ਕਰੀ, ਆ 3 ਚੀਜ਼ਾਂ ਸਾਡੀਆਂ ਵੀ ਖਰੀਦ ਲਿਆਵੀਂ। ਉਹਨੇ ਕਿਹਾ, 3 ਚੀਜ਼ਾਂ ਕਿਹੜੀਆਂ, ਦੱਸੋ ਤੁਹਾਨੂੰ ਕੀ ਲੋੜ ਪੈ ਗਈ। ਉਹ ਕਹਿਣ ਲੱਗੇ, ਲੱਭਦੇ ਤੇ ਬੜਾ ਪਏ ਹਾਂ, ਲੱਭੀਆਂ ਨਹੀਂ। ਕਹਿਣ ਲੱਗਾ, ਦੱਸੋ ਮੈਂ ਯਾਦ ਕਰ ਲੈਣਾ। ਉਹ ਕਹਿੰਦੇ, ਨਹੀਂ ਬੱਚੇ ਯਾਦ ਤਾਂ ਰਹਿੰਦੀਆਂ ਨਹੀਂ, ਕਾਗਜ਼ ਲੈ, ਪੈਨਸਿਲ ਨਾਲ ਜਾਂ ਕਲਮ ਜੇ ਕਹਿ ਲੋ, ਤੂੰ ਇਸ ਕਾਗਜ਼ ਤੇ 3 ਚੀਜ਼ਾਂ ਲਿਖ ਲੈ ਮੇਰੀਆਂ। ਉਹਨੇ ਕਿਹਾ, ਜੀ ਦੱਸੋ। ਕਹਿੰਦਾ, ਪਹਿਲੀ ਦਾ ਨਾਮ ਹੈ ਘਟੇ ਘਟੇ। ਉਹਨੇ ਕਿਹਾ, ਵੀ ਇਹ ਘਟੇ ਘਟੇ ਕਿਹੜੀ ਚੀਜ਼। ਨੌਜਵਾਨ ਸੋਚਦਾ ਵੀ ਗਿਆਨ ਮੇਰੇ ਕੋਲ ਵੀ ਬੜੇ, ਤੇ ਘਟੇ ਘਟੇ ਦਾ ਅਰਥ ਕੀ ਹੈ। ਉਹ ਕਹਿਣ ਲੱਗੇ, ਲਿਖ ਲੈ ਘਟੇ ਘਟੇ। ਉਹਨੇ ਕਿਹਾ, ਚੀਜ਼ ਕੀ। ਕਹਿੰ ਬਾਜ਼ਾਰ 'ਚ ਜਾਈ ਪੁੱਛੀ, ਇਹ ਕੱਲੀ ਤੇਰੀ ਅਕਲ ਨਹੀਂ, ਇਦੋਂ ਅੱਗੇ ਵੀ ਬਹੁਤ ਕੁਝ ਪਿਆ ਹੈ। ਘਟੇ ਘਟੇ ਉਹਨੇ ਲਿਖ ਦਿੱਤਾ। ਕਹਿਣ ਲੱਗੇ, ਦੂਜੀ ਦਾ ਨਾਮ ਹੈ ਵਧੇ ਵਧੇ। ਉਹਨੇ ਕਿਹਾ, ਵਧੇ ਵਧੇ ਕਿਹੜੀ ਚੀਜ਼। ਕਹਿਣ ਲੱਗੇ, ਹਾਂ ਲਿਖ ਤੂੰ ਵਧੇ ਵਧੇ। ਉਹਨੇ ਦੂਜਾ ਨੰਬਰ ਪਾ ਕੇ ਲਿਖ ਦਿੱਤਾ ਵਧੇ ਵਧੇ। ਤੇ ਕਹਿਣ ਲੱਗਾ, ਬਾਬਾ ਜੀ ਤੀਜੀ। ਕਹਿਣ ਲੱਗੇ, ਲਿਖ ਦੇ ਨਾ ਵਧੇ ਨਾ ਘਟੇ। ਉਹਨੇ ਕਿਹਾ, ਵੀ ਬਾਬਾ ਮੇਰਾ ਮਜ਼ਾਕ ਬਣਾਉਂਦਾ ਪਿਆ, ਅੱਜ ਮੈਂ ਲੋਕਾਂ ਦਾ ਮਜ਼ਾਕ ਇਹਦੇ ਕੋਲ ਹੁੰਦਾ ਸਾਂ। ਉਹਨੇ ਕਿਹਾ, ਮਹਾਂਪੁਰਖੋ ਮਜ਼ਾਕ ਨਾ ਕਰੋ। ਕਹਿਣ ਲੱਗੇ, ਮਜ਼ਾਕ ਨਹੀਂ, ਤੂੰ ਜ਼ਰੂਰ ਕਰਨਾ, ਮੈਂ ਤੈਨੂੰ ਹਕੀਕਤ ਦੱਸ ਰਿਹਾ। ਤਿੰਨੇ ਲਿਖ, ਘਟੇ ਘਟੇ, ਵਧੇ ਵਧੇ, ਨਾ ਵਧੇ ਤੇ ਨਾ ਘਟੇ। ਉਹ ਲਿਖ ਕੇ ਤਾਂ ਤੁਰ ਪਿਆ, ਪਰ ਸ਼ਰਮ ਆਵੇ ਵੀ ਜੇ ਕਿਸੇ ਨੂੰ ਪੁੱਛਾਂ ਬਾਜ਼ਾਰ 'ਚ ਤੇ ਅੱਗੋਂ ਲੋਕ ਮਜ਼ਾਕ ਨਾ ਉਡਾਣ ਵੀ ਇਹ ਕਮਲਾ ਬੰਦਾ ਲੱਭਣ ਕੀ ਆ ਗਿਆ।
की खरीदण आया? कहंदे ने उहने सोचिया भी चल सराफ दी दुकान ते जावां, ਉਹਦੇ ਤੋਂ ਪੁੱਛਾਂ, ਜਾਂ ਜਿਹੜੇ ਵੈਦ ਲੋਕ ਨੇ ਉਹਨਾਂ ਤੋਂ ਪੁੱਛਾਂ। ਹੋ ਸਕਦਾ ਕੋਈ ਉਹੋ ਜਿਹੀ ਚੀਜ਼ ਜੜੀ ਬੂਟੀ ਹੋਵੇ ਜਿਹਦਾ ਸਾਧੂ ਨੂੰ ਪਤਾ ਹੋਵੇ, ਮੈਨੂੰ ਨਾ ਪਤਾ ਹੋਵੇ। ਉਹ ਗਿਆ ਜੀ, ਉਹਨੇ ਪੁੱਛਿਆ, ਕਹਿਣ ਲੱਗਾ ਵੀ ਆ 3 ਚੀਜ਼ਾਂ ਘਟੇ ਘਟੇ, ਵਧੇ ਵਧੇ, ਨਾ ਵਧੇ ਨਾ ਘਟੇ, ਜਿਸ ਦੁਕਾਨ ਤੇ ਜਾਏ ਅੱਗੋਂ ਟੀਚਰਾਂ ਲੋਕ ਕਰਨ, ਮਜ਼ਾਕ ਕਰਨ। ਕਹਿਣ ਲੱਗੇ ਮੂਰਖਾ ਇਹ ਚੀਜ਼ਾਂ ਕਿਹੜੀਆਂ? ਉਹਨੇ ਸਾਰਾ ਬਾਜ਼ਾਰ ਗਾਹ ਮਾਰਿਆ, ਹਰ ਤਾਂ ਤੋਂ ਨਿਰਾਸ਼ਤਾ ਪੱਲੇ ਪਈ ਤੇ ਅੰਦਰ ਗੁੱਸੇ ਨਾਲ ਐ ਭੜਕ ਉੱਠਿਆ। ਕਹਿਣ ਲੱਗਾ ਹੱਦ ਹੋ ਗਈ, ਲੋਕ ਬਾਬਾ ਮੰਨਦੇ ਨੇ, ਇਹ ਵੀ ਟੀਚਰਾਂ ਕਰਨ ਤੇ ਆ ਗਿਆ ਹੈ। ਗੁੱਸੇ ਦਾ ਭਰਿਆ ਚੱਲ ਤਾਂ ਪਿਆ, ਰਸਤੇ ਵਿੱਚ ਤੁਰਿਆ ਜਾਂਦਾ, ਸੜਕ ਦੇ ਕਿਨਾਰੇ ਰੁੱਖ ਥੱਲੇ ਇੱਕ ਟਿਕੀ ਹੋਈ ਆਤਮਾ ਬੈਠੀ ਹੈ, ਸਿਰਫ ਇਹ ਸਮਝਣ ਲਈ। ਮਨ ਨੇ ਕਿਹਾ ਵੀ ਇਹਦੇ ਤੋਂ ਹੀ ਪੁੱਛ ਲੈ, ਹੋ ਸਕਦਾ ਕੋਈ ਰਮਜ਼ ਹੀ ਨਾ ਪਾਈ ਹੋਵੇ। ਦੇਖੋ ਬੁਝਾਰਤ ਹੈ ਤੇ ਬੁਝਾਰਤ ਬੁੱਝਣੀ ਬੜੀ ਮੁਸ਼ਕਲ ਹੈ। ਕਈ ਵਾਰੀ ਬੁਝਾਰਤਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹਨੂੰ ਬੁੱਝ ਨਹੀਂ ਸਕਦਾ। ਸਤਿਗੁਰੂ ਨੇ ਵੀ ਬੁਝਾਰਤ ਪਾਈ ਏ, ਸੱਚ ਐਵੇਂ ਲੱਭਦੇ ਉਹ ਨੇ ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋਏ। ਇਹ ਮਧਾਮਣੀ ਸਤਿਗੁਰ ਪਾਈ, ਗੁਰਸਿੱਖਾਂ ਲੱਦੀ ਭਾਲ ਬੰਦਗੀ ਵਾਲੇ। ਉਂਝ ਬੁਝਾਰਤ ਸਮਝ ਨਹੀਂ ਪੈਂਦੀ। ਉਹਨੇ ਕਿਹਾ ਹੋ ਸਕਦਾ ਬੁਝਾਰਤ ਹੋਵੇ। ਜਾ ਕੇ ਪੁੱਛਣ ਲੱਗਾ, ਕੋਲ ਬੈਠ ਗਿਆ ਅਦਬ ਨਾਲ। ਦੇਖਿਆ ਵੀ ਕੋਲ ਬੈਠਿਆਂ ਸਕੂਨ ਮਿਲਦਾ ਹੈ ਤੇ ਕਹਿਣ ਲੱਗਾ ਬਾਬਾ ਜੀ ਆ 3 ਕੁ ਗੱਲਾਂ ਬਾਰੇ ਜਾਣਕਾਰੀ ਹੈ ਕਿਤੋਂ ਮਿਲ ਗਈਆਂ? ਤੇ ਤਿੰਨੇ ਦੱਸ ਦਿੱਤੀਆਂ ਕਿ ਘਟੇ ਘਟੇ, ਵਧੇ ਵਧੇ, ਨਾ ਵਧੇ ਤੇ ਨਾ ਘਟੇ। ਉਹ ਹੱਸ ਪੈ, ਕਹਿਣ ਲੱਗੇ ਤਾਂ ਤੇਰੇ ਕੋਲ ਵੀ ਨੇ। ਉਹਨੇ ਕਿਹਾ ਮੇਰੇ ਕੋਲ? ਕਹਿੰਦਾ ਪਹਿਲਾਂ ਦੱਸ ਤੈਨੂੰ ਲਿਖਾਈਆਂ ਕਿੰਨੇ? ਤੇ ਜਿੰਨੇ ਲਿਖਾਈਆਂ ਨੇ ਉਹ ਜ਼ਿੰਦਗੀ ਦਾ ਕਦਰਦਾਨ ਹੈ, ਉਹ ਅੰਦਰ ਦਾ ਭੇਦੀ ਹੈ। ਕਹਿਣ ਲੱਗਾ ਹੈ ਤਾਂ ਬਾਬਾ ਸਾਡੇ ਪਿੰਡ ਹੀ ਰਹਿੰਦਾ, ਪਰ ਇਹ ਦੱਸ ਇਹ ਕੀ ਘਟੇ ਘਟੇ, ਵਧੇ ਵਧੇ, ਨਾ ਵਧੇ ਨਾ ਘਟੇ? ਕਹਿਣ ਲੱਗੇ ਅੱਗੇ ਅੱਗੇ ਇਹਨਾਂ ਦੇ ਲਿਖ ਲੈ, ਇਹਨਾਂ ਚੀਜ਼ਾਂ ਨੂੰ ਕਿਹਾ ਕੀ ਜਾਂਦਾ ਹੈ। ਬਾਹਰ ਮੁਖੀ ਸਥੂਲ ਨਹੀਂ, ਜਿੱਥੇ ਲਿਖਿਆ ਹੈ ਕਿ ਘਟੇ ਘਟੇ ਇਹਦੇ ਸਾਹਮਣੇ ਲਿਖਦੇ ਆਰ ਜਾ ਉਮਰ। ਧਿਆਨ ਦਿਆ ਜੇ, ਜਿਸ ਦਿਨ ਦਾ ਜਨਮ ਹੋਇਆ ਹੈ, ਜਿੰਨੀ ਦੇਰ ਤੱਕ ਤੂੰ ਜੇ ਜੀਣਾ ਹੈ ਤੇ ਘਟਣੀ ਤੇਰੀ ਉਮਰ ਹੈ। ਹਰ ਰੋਜ਼ ਤੇਰੀ ਉਮਰ ਘਟਦੀ ਪਈ ਹੈ। ਜਿਹੜਾ ਉਹਨਾਂ ਘਟੇ ਘਟੇ ਲਿਖੇ ਇਹ ਤੈਨੂੰ ਇਸ ਗੱਲ ਲਈ ਸਮਝਾਉਣ ਲਈ ਬੰਦਿਆਂ ਵਕਤ ਦੀ ਕਦਰ ਜਾਣ। ਲੰਘ ਗਿਆ ਵਕਤ ਕਦੀ ਖਤ ਨਹੀਂ ਆਉਂਦਾ, ਉਮਰ ਦਿਨ ਦਿਨ ਕਰਕੇ ਘਟ ਰਹੀ ਹੈ। ਜਦੋਂ ਮੈਂ ਪੜ੍ਹਿਆ ਮੈਨੂੰ ਤਾਂ ਬਾਬਾ ਜੀ ਦੀ ਬਾਣੀ 'ਚ ਬਚਨ ਮਿਲੇ, ਹੈ ਤਾਂ ਕਹਾਣੀ ਰੂਪ ਸੀ। ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਅੱਗੇ ਕੀ ਹੈ? ਆਪ ਘਟੈ ਘਟੇ ਘਟੇ, ਆਪ ਘਟੈ ਤਨ ਛੀਜੈ, ਕਾਲ ਅਖੇਰੀ ਫਿਰੈ ਬਦਕ ਜੋ ਕਹੋ ਕਵਨ ਬਿਦ ਕੀਜੈ। ਇਹ ਘਟੇ ਘਟੇ ਜਨਨੀ ਜਾਨਤ ਸੁਤ ਬਦਾ ਹੋਤ ਹੈ। ਇਹ ਘਟੇ ਘਟੇ ਉਮਰ ਘਟਦੀ ਪਈ ਏ। ਜਨਨੀ ਜਾਨਤ ਸੁਤ ਬੜਾ ਹੋਤਾ ਹੈ, ਇਤਨਾ ਕੂ ਨਾ ਜਾਣੈ। ਜੇ ਦਿਨ ਦਿਨ ਅਬਦ ਘਟਤ ਹੈ ਤਾਂ ਦਿਨ ਦਿਨ ਕਰਕੇ ਘਟ ਰਿਹਾ ਹੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨ ਔਦ ਬਿਹਾਤ ਹੈ। ਘਟੇ ਘਟੇ ਹੀ ਹੈ ਨਾ, ਛਿਨ ਛਿਨ ਔਦ ਬਿਹਾਤ ਹੈ। ਜਿਉਂ ਫੂਟੇ ਘਟ ਜਿਉਂ ਪਾਨੀ, ਫੂਟੇ ਘਟ ਜਿਉਂ ਪਾਨੀ। ਉਹਨੇ ਕਿਹਾ ਗੱਲ ਵਾਕਈ ਠੀਕ, ਉਮਰ ਘਟਦੀ ਪਈ ਏ। ਹੁਣ ਅੰਦਰੋਂ ਚਾਹ ਬਣ ਗਿਆ ਵੀ ਗੱਲ ਸੱਚ ਲਿਖੀ। ਕਹਿੰਦਾ ਫਿਰ ਵਧੇ ਵਧੇ ਕੀ ਚੀਜ਼? ਉਹ ਕਹਿਣ ਲੱਗੇ ਵੀ ਬੰਦੇ ਦੇ ਅੰਦਰ ਹੀ ਏ। ਵਧੇ ਵਧੇ ਕੀ ਲਿਖਾਂ? ਲਿਆਕਤ, ਇਲਮ, ਗਿਆਨ। ਕਿਉਂਕਿ ਫਿਰ ਬੰਦਾ ਸਿਆਣਾ ਬਣ ਗਿਆ ਨੇ, ਮੈਂ ਆਪਣੇ ਆਪ ਹੀ ਬੁੱਝ ਲਾਂਗਾ। ਉਹ ਕਹਿਣ ਲੱਗੇ ਨਹੀਂ ਇਹ ਨਹੀਂ ਵਧੇ ਵਧੇ, ਵਧੇ ਵਧੇ ਅੱਗੇ ਲੱਗ ਤ੍ਰਿਸ਼ਨਾ। ਇਹ ਜਦੋਂ ਬੰਦਾ ਮਰਦਾ ਹੈ ਨਾ, ਇਹ ਤ੍ਰਿਸ਼ਨਾ ਮਰਦੇ ਦਮ ਤੱਕ ਨਹੀਂ ਛੱਡਦੀ। ਉਮਰ ਘਟੇ ਘਟੇ ਹੈ ਤੇ ਤ੍ਰਿਸ਼ਨਾ। ਮਹਾਰਾਜ ਕਹਿੰਦੇ ਨੇ ਸਹਿਜ ਖਟੈ ਲਾਖੋ ਉੱਠਤਾ ਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਭਾਵੈ। ਮਹਾਰਾਜ ਜੀ ਨੇ ਕਿਹਾ ਕਿ ਬੰਦੇ ਦੇ ਅੰਦਰ ਤ੍ਰਿਸ਼ਨਾ ਦਿਨ ਬ ਦਿਨ ਵੱਧਦੀ ਪਈ ਹੈ। ਤੇ ਉਹ ਤ੍ਰਿਸ਼ਨਾ ਕੇਵਲ ਧਨ ਦੀ ਨਹੀਂ, ਉਹ ਤ੍ਰਿਸ਼ਨਾ ਕੇਵਲ ਮਹਿਲ ਮਾੜੀਆਂ ਦੀ ਨਹੀਂ। ਹਰ ਇੰਦਰੇ ਦਾ ਆਪਣਾ ਜੀਵਨ ਹੈ। ਮੈਂ ਜੀਵਨ ਸ਼ਬਦ ਵਰਤ ਰਿਹਾ। ਆ ਇੰਦਰੇ ਕੇਵਲ ਇਹ ਨਹੀਂ ਅੱਖਾਂ ਨੇ, ਅੱਖਾਂ ਦੀ ਵੀ ਬੌਡੀ ਹੈ ਤੇ ਅੱਖਾਂ ਦੀ ਵੀ ਸੋਲ ਹੈ। ਅੱਖਾਂ ਦੀ ਆਤਮਾ ਹੈ, ਕੰਨਾਂ ਦੀ ਆਤਮਾ ਹੈ। ਪਰ ਜੇ ਕਿਤੇ ਧਿਆਨ ਨਾਲ ਦੇਖੀਏ, ਅੱਖਾਂ ਸਿਰਫ ਦੇਖਦੀਆਂ ਨੇ,
स्वाद लैण वाला तां पिछे कोई होर बैठा है। ਇਹ ਕਦੀ ਰਸ ਲੈਂਦੀਆਂ ਨੇ? ਇਹ ਤਾਂ ਸਿਰਫ ਇੱਕ ਜੰਤਰ ਨੇ ਜਿਨ੍ਹਾਂ ਰਾਹੀਂ ਉਸ ਰਸ ਨੂੰ ਖਿੱਚਿਆ ਜਾਣਾ ਹੈ, ਪਰ ਰਸ ਲੈਣ ਵਾਲਾ ਇਹਨਾਂ ਪਿੱਛੇ ਕੋਈ ਹੋਰ ਹੈ। ਇਹੀ ਕਾਰਨ ਕਈਆਂ ਦੀਆਂ ਅੱਖਾਂ ਬਿਲਕੁਲ ਲੱਗੇਗਾ ਚਮਕਦੇ ਆ ਜਿਹੜੀਆਂ ਪੁਤਲੀਆਂ ਨੇ ਡੇਲੇ, ਪਰ ਜੇ ਕਿਤੇ ਪੁੱਛੋ ਡਾਕਟਰ ਕਹਿੰਦਾ ਅੱਖਾਂ ਤਾਂ ਸਹੀ ਬਾਹਰੋਂ ਲੱਗਦੀਆਂ ਨੇ ਪਰ ਪਿੱਛੋਂ ਜੋਤ ਮਰ ਚੁੱਕੀ ਹੈ। ਕਮਾਲ ਦੀ ਗੱਲ, ਇੱਕ ਸਰੀਰ ਵਿੱਚ ਜੋਤ ਤੇ ਦੂਜੀ ਅੱਖਾਂ ਵੀ ਜੋਤ। ਜਦੋਂ ਕਹਿੰਦਾ ਨਾ ਇਹਦੀਆਂ ਅੱਖਾਂ ਦੀ ਜੋਤ ਚਲੀ ਗਈ, ਉਦੋਂ ਮੇਰਾ ਮਨ ਕਹਿੰਦਾ ਵੀ ਬੋਡੀ ਤਾਂ ਅੱਖਾਂ ਦੀ ਰਹਿ ਗਈ ਪਰ ਅੰਦਰ ਵਾਲੀ ਆਤਮਾ ਉੱਡ ਗਈ, ਅੰਦਰੋਂ ਜੋਤ ਨਿਕਲ ਗਈ। ਕਹਿਣ ਲੱਗੇ ਵਧੇ ਵਧੇ ਇਹ ਤ੍ਰਿਸ਼ਨਾ ਹੈ, ਕੋਟ ਜੋਰੇ लाख करोरे मन नहीं खोरे, परे परे ही को लूजी है। महाराज जी ने क्या तृष्णा बिरले ही की बूझी है, किसे टामे टामे दी वधी जा रही है। फिर देखो किन्नी वादी है, आखन आख न रजिया सुन न रजे कन, अखी देख न रजिया गुण गाहक एक वन। गुरु ग्रंथ साहिब जी दे तां बचन ने केस चिट्टे हो गए, अखां दी जोत चली गई, गले दी आवाज़ चली गई। पर जे किते बंदे बेहोश होए बंदे नूं कोई मशीन राहीं ये पता लग पवे इहदे अंदर फुरने किहड़े चलदे ने, अखां बंद ने, केस चिट्टे ने, पिया मंजे ते वे कह लगे अंदर तां वासना दी मधानी चलदी हुंदी है। सतगुरु दे बचन ने पुंडर केस कुसम ते धौले, सपत पताल की बाणी, लोचन शर्मै बुद्ध बल नाठी, तां काम पव समाधानी। वधे वधे दा अर्थ तृष्णा वाधी, इन्हें तृप्त नहीं होना। हाँ ये वखरी गल, नाम ही इनू तृप्त कर सकता है। सतगुरु जी दे शब्दां दे आधार बना उन्हां क्या घटे घटे उम्र वधे वधे तृष्णा, ते आ जिहड़ी तीजी गल लिखी ना वधे ते ना घटे, एक ही चीज़ आ कहन लगे तेरे साह ने जिन्ने रब के गिण के पा दिते ने, ना वधने ने घटने, इन्हां नूं सफल कर लै। कर बंदे तू बंदगी जिचर घट मैं साह। बाबा जी ने कहा ngण घाले सब दिवस सांस, ngण घाले गिणती करके पाए ने एक एक। ये आपां भावें कहांगे 80 साल, पर गुरु ग्रंथ साहिब कहते ने एक एक सवास गिण के पाया। ते जिहड़ी चीज़ गिण के पाई जाए ना, वो कीमती बड़ी हुंदी। चेते रखो गिणी कोई चीज़ गिणी ही हो जाती है जिहड़ी कीमती होवे, जिहड़ी कीमती ने उहदी किसे ने गिणती की करनी है। ngण घाले सब दिवस सांस, न बढ़न घटन तिल सार, ना वधे ना घटे। इन्हां ने तिल मात्र ना वधना ना घटना है। उन्हें तिन्ना गल्लां नूं लिखिया ते जा पहुंचा महापुरखां कोल। बस अज सच्ची मुच्ची अंदर तब्दील सी। कहन लगा बाबा जी अज जो लिख के दिता बाजार विचों तां नहीं मिलिया, पर अंदरों जरूर समझ पैगी मना ये सब कुछ तेरे कोल है। सवास एक एक बड़ा कीमती है। महाराज कहते हैं जिन्नी देर तक अंतला सवास है तू बंदगी कर। ते आपां कहांगे जेड़े बंदे कौमे भी चले जान वो किवें बंदगी करनगे, सवास तां चल रहे। भाई साहब हुणी शब्द पढ़ रहे सन इस तो पहला कि सौंदे वाह वाह उचरें, उठदे भी वाह करेन। सुत्तियां भी वाहिगुरू करदे सुते, ते जदों जागदे पे उदों भी वाहिगुरू कहंदे पे। किवें सौंदे बीज बीजदे ने ते उठे होए फलां दा रस माणदे। फिर बेनती समझियो, बाबा साहिब दा श्लोक असीं जिहड़ा पढ़ने आ ना कि पहले पैरै फुलड़ा फल पी पछा रात, जो जगन लहन से साईं कन्नो दात। भावें दे बहु अर्थ कीते। पहला पैर ऐस आरबला नूं बचपन नूं कह दिता, पिछला पैर बुढ़ेपे नूं क्या, पर नहीं जे अमृत वेले नाल नूं टुकाईए ते इहदे अर्थ बड़े स्पष्ट होणगे। पहले पैर नूं पिछले पैर तो वख ना करिए। आम तौर पर कहा जाता है कि पहला पैर जिहड़ा बंदगी करदा उहनूं फुल मिलदे ने, ते जिहड़ा अखीरले पैर बंदगी करदा उहनूं फल मिलदे ने। देखो पिछल पैर नूं पहले पैर नाल जोड़ांगे ते फल बनेगा। फल पहला नहीं, फुल पहला है। ये क्यों कह दिता कि पहला पैर फुल है, अखीरला पैर फल है। फुल होवेगा ते फल बनेगा जे तू पहला पैर वाहिगुरू जपदिया संभालिया है ते अमृत वेले तक अंदर नाम चलदिया सच एवे पूर्ण टिका
ਉਸੇ ਵੈਗੁਰੂ ਸ਼ਬਦ ਦਾ ਫਲ ਬਣਾ ਦੇਗਾ, ਉਹਦੇ ਚੋਂ ਰਸ ਆਏਗਾ। ਤੇ ਜੇ 12 ਵਜੇ ਤੱਕ दारू ਪੀ ਕੇ ਸੌਣਾ ਹੈ, ਫੁੱਲ ਤਾਂ ਬਣੇ ਨਹੀਂ ਤੇ ਅੰਮ੍ਰਿਤ ਵੇਲੇ ਫਲ ਕਿੱਥੋਂ ਲੱਗ ਜਾਣਾ? ਪਹਿਲਾਂ ਬੀਜ, ਬਾਅਦ ਵਿੱਚ ਫਲ, ਪਹਿਲਾਂ ਫੁੱਲ, ਬਾਅਦ ਵਿੱਚ ਰਸ। ਤਾਂ ਹੀ ਸਾਹਿਬ ਨੇ ਕਿਹਾ ਜਿਹੜੇ ਸੌਂਦਿਆਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਨੇ ਨਾ, ਇਹ ਫੁੱਲ ਖਿੜ ਗਏ ਨੇ, ਇਹ ਫੁੱਲ ਤਿਆਰ ਹੋ ਗਿਆ। ਤੇ ਜਦੋਂ ਸਵੇਰੇ ਅੰਮ੍ਰਿਤ ਵੇਲੇ ਉੱਠੇ ਤੇ ਉਦੋਂ ਅੰਦਰ ਨਾਮ ਚੱਲਣ ਲੱਗ ਪਿਆ। ਸਤਿਗੁਰੂ ਦੇ ਬਚਨ ਕਿ ਦੇਖ ਜਿੰਨੀ ਦੇਰ ਤੱਕ ਤੇਰੇ ਸਵਾਸ ਨੇ ਤੂੰ ਬੰਦਗੀ ਕਰ। ਮੈਂ ਸ਼ਬਦ ਸੀ ਕਿ ਬੇਹੋਸ਼ੀ ਵਿੱਚ ਵੀ ਸਵਾਸ ਚੱਲਦੇ ਨੇ, ਉਦੋਂ ਬੰਦਗੀ ਕਿੱਥੇ? ਹਾਂ, ਇੱਕ ਜ਼ਰੂਰ ਬੇਨਤੀ ਕਰਾਂ। ਕਬੀਰ ਸਾਹਿਬ ਦਾ ਇੱਕ ਸ਼ਬਦ ਹੈ, ਭਾਈ ਸਾਹਿਬ ਬੈਠੇ ਨੇ, ਸਵਾਸਾਂ ਦੀ ਸਾਰੀ ਖੇਡ ਚੱਲਦੀ ਤਾਂ ਨਾਭੀ ਤੋਂ ਹੈ ਨਾ। ਇਹਦਾ ਮੂਲ ਧੁਰਾ ਤਾਂ ਇਹ ਹੀ ਹੈ, ਜਿਹਨੂੰ ਭਾਵੇਂ ਗੁਰਮੁਖਾਂ ਨੇ 4 ਬਾਣੀਆਂ ਕਿਹਾ, ਬੈਖਰੀ ਮੱਧਮਾ ਪਸੰਤੀ ਤੇ ਪਰਾ ਕਿਹਾ, ਪਰ ਜਿਹੜੀ ਗੰਢ ਵੱਜੀ ਹੈ ਉਹ ਇੱਥੇ ਹੀ ਵੱਜੀ। ਤੇ ਇਹ ਵੀ ਮਹਾਂਪੁਰਖ ਦੱਸਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਆਤਮਿਕ ਜੀਵਨ ਜੀਣ ਵਾਲੇ ਦੀ ਗੰਢ ਮੌਤ ਤੋਂ 6 ਮਹੀਨੇ ਪਹਿਲਾਂ ਖੁੱਲ ਜਾਂਦੀ ਹੈ। ਇਹੀ ਕਾਰਨ ਕਿ ਜਦੋਂ ਸਵਾਸਾਂ ਦੀ ਗੰਢ ਖੁੱਲਦੀ ਏ, ਉਹ ਰਮਜਾਂ ਪਾਣੀਆਂ ਸ਼ੁਰੂ ਕਰ ਦਿੰਦਾ ਹੈ। ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ। ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਮਹਾਂਪੁਰਖ, ਉਹ ਹਲ ਵਾਂਦੇ ਸੰਸਾਰਾ ਦਿਨ, ਤੇ ਰਾਤ ਨੂੰ ਉੱਥੇ ਇੱਕ ਸਥਾਨ ਹੈ ਗੋਖੇ ਦੀ ਛਪੜੀ, ਉੱਥੇ ਬੰਦਗੀ ਕਰਨੀ। ਤੇ 6 ਮਹੀਨੇ ਪਹਿਲਾਂ ਸਾਰੀਆਂ ਰਮਜਾਂ ਪਾਣ ਲੱਗ ਪਏ। ਇੱਥੋਂ ਤੱਕ ਜਿਹੜਾ ਰਸਤਾ ਸੀ, ਕਹਿਣ ਲੱਗੇ ਸੰਗਤ ਇਸ ਵਾਰ ਬਹੁਤ ਆਉਣੀ ਇਸ ਦਿਨ, ਇਹ ਰਸਤੇ 'ਚ ਮਿੱਟੀ ਪਾ ਦਿਓ। ਮੈਂ ਹੈਰਾਨ ਹੋਇਆ ਕਿ ਜਿਸ ਬਲਦਾਂ ਨਾਲ ਖਲ ਵਾਹੁੰਦੇ ਸਨ, ਜਿੱਦਣ ਸਵਾਸ ਦੇਣੇ ਸਨ, ਉਹਨਾਂ ਦੀ ਖੁਰਲੀ ਕੋਲ ਗਏ, ਪੱਠੇ ਪਾਏ ਮਹਾਂਪੁਰਖਾਂ ਨੇ। ਉਹ ਆਪ ਹਲ ਵਾਹੁੰਦੇ ਸਨ, ਭਾਂਡੇ ਮਾਂਜਣੇ, ਸੇਵਾ ਕਰਨੀ, ਤੇ ਸਾਰੀ ਰਾਤ ਬੰਦਗੀ। ਆਪਾਂ ਕਹਾਂਗੇ ਆਰਾਮ, ਆਰਾਮ ਤਾਂ ਉਹਨਾਂ ਨੂੰ ਵੀ ਜਿਹੜੇ ਸੁੱਤੇ ਨੇ ਅੰਦਰੋਂ, ਜਿਹੜੇ ਅੰਦਰੋਂ ਜਾਗ ਪੈਣ, ਉਹਨਾਂ ਦੇ ਸਰੀਰ ਨੂੰ ਆਰਾਮ ਦੀ ਕੀ ਲੋੜ? ਬੇਨਤੀ ਸਮਝੋ, ਤਾਕਤ ਸਿਮਰਨ ਹੀ ਦੇਈ ਜਾਂਦਾ। ਜੇ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਬਣ ਸਕਦਾ, ਉਹ ਗਿਆਨ ਅਖਰੀ ਨਹੀਂ, ਇਲਮ ਨਹੀਂ, ਉਹ ਫਜ਼ਲ ਬਖਸ਼ਿਸ਼ ਬਣ ਜਾਂਦਾ ਹੈ। ਬਲਦਾਂ ਕੋਲ ਗਏ, ਪੱਠੇ ਪਾਏ, ਕਹਿਣ ਲੱਗੇ ਤੁਸੀਂ ਬੜਾ ਸਾਥ ਦਿੱਤਾ, ਤੁਹਾਨੂੰ ਸੋਟੀ ਨਹੀਂ ਦਿਖਾਈ, ਤੁਹਾਡੇ ਨਾਲ ਖਲ ਵਾਇਆ, ਸੰਗਤਾਂ ਦਾ ਲੰਗਰ ਤਿਆਰ ਹੋਇਆ, ਤੁਹਾਡੀ ਵੀ ਸੇਵਾ ਥਾਂ। ਗਾਂ ਕੋਲ ਗਏ, ਕਹਿਣ ਲੱਗੇ ਕਈ ਸਾਲ ਹੋ ਗਏ, ਅੰਮ੍ਰਿਤ ਵਰਗਾ ਦੁੱਧ ਦਿੱਤਾ, ਤੂੰ ਤਾਂ ਬੰਦਿਆਂ ਤੋਂ ਵੀ ਅੱਗੇ ਨਿਕਲ ਗਈ, ਸੁੱਕੇ ਕੱਖ ਖਾਦੇ ਪਰ ਰਾਤ ਨੂੰ ਅੰਮ੍ਰਿਤ ਦੁੱਧ ਦਿੰਦੀ ਰਹੀ। ਸ਼ਬਦ ਕਹਿ ਦਿੱਤਾ, ਪਸ਼ੂ ਮਿਲੇ ਚੰਗਿਆਈਆਂ ਖੜਖਾਵੇਂ ਅੰਮ੍ਰਿਤ ਦੇ। ਕੁੱਤੇ ਕੋਲ ਜਾ ਕੇ ਕਹਿਣ ਲੱਗੇ ਬੜਾ ਵਫਾਦਾਰ ਨਿਕਲਿਆ ਤੂੰ ਇੱਕ ਵਾਰੀ ਆ ਕੇ ਬੈਠਾ, ਤੂੰ ਪਿੰਡ ਦੀ ਜੂਹ ਤੱਕ ਨਹੀਂ ਗਿਆ, ਤੇਰਾ ਵੀ ਧੰਨਵਾਦ। ਸਵੇਰੇ ਜਦੋਂ ਮਹਾਂਪੁਰਖਾਂ ਤਨ ਛੱਡਿਆ, ਸਾਰੇ ਦੇ ਸਾਰੇ ਨਾਲ ਹੀ ਤਨ ਛੱਡ ਗਏ। ਬਲਦ ਵੀ ਚਲੇ ਗਏ, ਗਊ ਵੀ ਚਲੀ ਗਈ, ਉਹ ਕੁੱਕਰ ਵੀ ਚਲਾ ਗਿਆ। ਸਿਰ ਮੇਰੀ ਇੱਕ ਬੇਨਤੀ ਹੈ ਕਿ ਬੰਦਗੀ ਕਰਨ ਵਾਲੇ ਦਾ ਰਸਤਾ ਹੀ ਵੱਖਰਾ ਹੈ, ਉਹਦੀ ਖੇਡ ਬੜੀ ਵੱਖਰੀ ਹੈ। ਇਹ ਜਿਹੜੇ ਸਵਾਸਾਂ ਵਿੱਚ ਮੈਂ ਬੇਨਤੀ ਕਰ ਲੱਗਾ ਕਿ ਸਵਾਸ ਚੱਲਦੇ ਰਹਿਣ ਤੇ ਨਾਮ ਆਪਣੇ ਆਪ ਨਾਭੀ, ਜਿੱਥੋਂ ਗੱਲ ਚੱਲੀ ਸੀ ਕਿ ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਹੁਣ ਜੇ ਮੰਨ ਲਓ ਆਹ ਸਾਹ ਆਉਂਦਾ ਗਲੇ ਤੋਂ ਉਤਰ ਕੇ ਇਹ ਵਾਹਿਗੁਰੂ ਵਾਹਿਗੁਰੂ, ਚੰਗੀ ਗੱਲ ਹੈ। ਮਹਾਂਪੁਰਖ ਕਹਿੰਦੇ ਨੇ ਚਲਾਉਣ ਲਈ, ਕਬੀਰ ਸਾਹਿਬ ਕਹਿੰਦੇ ਨੇ ਆਪਾਂ ਤਾਂ ਇੱਕੋ ਹੀ ਕੰਮ ਕੀਤਾ ਹੈ, ਜਿਸ ਨੱਕੇ ਚੋਂ, ਜਿਸ ਚਸ਼ਮੇ ਚੋਂ ਸਭ ਕੁਝ ਫੁੱਟਦਾ ਹੈ ਨਾ, ਅਸੀਂ ਨਾਭੀ ਉੱਤੇ ਬ੍ਰਹਮ ਗਿਆਨ ਟਿਕਾ ਦਿੱਤਾ ਹੈ, ਉੱਥੇ ਪਿਆ। ਜਿੰਨੀ ਦੇਰ ਤੱਕ ਸਾਹ ਚੱਲਣਗੇ ਕੋਈ ਖਾਲੀ ਜਾਣਾ ਹੀ ਨਹੀਂ, ਮੂਲ ਪਕੜ ਲਿਆ। ਇਹ ਸ਼ਬਦ ਸ਼ੁਰੂ ਹੁੰਦਾ ਕਿ ਤਨ ਰਹਿਨੀ ਮਨ ਪੁਨਰਪ ਕਰਹੂੰ, ਪਾਂਚੋ ਤਤ ਬਰਾਤੀ, ਰਾਮ ਰਾਏ ਸੋ ਭਾਵਰ ਲੇਖੂੰ, ਆਤਮ ਤੇ ਰੰਗ ਰਾਤੀ। ਉਹਦੇ ਵਿੱਚ ਇੱਕ ਬਚਨ ਹੈ, ਨਾਭ ਕਮਲ ਮੈਂ ਬੇਦੀ ਰਚ ਲੇ। ਨਾਭੀ ਤੇ ਜਾ ਕੇ ਬੇਦੀ ਰਚੀ, ਲਾਵਾਂ ਵਾਲਾ ਕੰਮ ਉੱਥੇ ਕੀਤਾ। ਹੁਣ ਇਹਦੇ ਅਰਥ ਮੇਰਾ ਖਿਆਲ ਹੈ, ਜੇ ਕਿਤੇ ਕੱਟੜ ਬੰਦਾ ਕੁਝ ਖਿਮਾ ਕਰਿਓ ਸੁਣ ਲਓ, ਉਹਨੇ ਮੈਨੂੰ ਬਾਹਰ ਹੀ ਪਕੜ ਲੈਣਾ। ਦੇਖੋ ਜੀ, ਅਸੀਂ ਤਾਂ ਲਾਵਾਂ ਗੁਰੂ ਗ੍ਰੰਥ ਸਾਹਿਬ, ਤੁਸੀਂ ਬੇਦੀ ਦੀਆਂ ਗੱਲਾਂ ਸੁਣਾਉਂਦੇ ਰਹੇ। ਭਗਤ ਜੀ ਕਹਿੰਦੇ ਨੇ ਨਾਭ ਕਮਲ ਮੈਂ ਬੇਦੀ ਰਚ ਲੈ, ਬ੍ਰਹਮ ਗਿਆਨ ਉਚਾਰਾ, ਰਾਮ ਰਾਏ ਸੋ ਦੁਲਗੋ ਪਾਇਆ, ਅਸ ਬੜ ਭਾਗ ਹਮਾਰਾ। ਜਿੱਥੇ ਨਾਭ ਕਮਲ ਨਾਭੀ ਹੈ,
ਉੱਥੇ ਜਦੋਂ ਪਰਾ ਬਾਣੀ ਵਿੱਚ ਨਾਮ ਟਿਕ ਜਾਏ, ਉਦੋਂ ਜਿੰਨੇ ਸਵਾਸ ਜਾਣਗੇ ਕੋਈ ਨਾਮ ਤੋਂ ਬਿਨਾ ਵਿਅਰਥ ਨਹੀਂ ਜਾਂਦਾ। ਮਹਾਰਾਜ ਜੀ ਨੇ ਬੜੀ ਉੱਚੀ ਅਵਸਥਾ ਕਹੀ, ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾਹ। ਜਿੰਨੀ ਦੇਰ ਤੱਕ ਉਹ ਸਵਾਸ ਨੇ ਉਨੀ ਦੇਰ ਤੱਕ ਬੰਦਗੀ ਕਰ। ਉਂਝ ਵੀ ਅਰਜ਼ ਕਰਦੇ ਹਾਂ ਕਿ ਦੇਖੋ, ਮੁਕੰਮਲ ਸਰੀਰ ਕਦੀ ਆਰਾਮ ਨਹੀਂ ਕਰਦਾ। ਇਹ ਹਰ ਥਾਂ ਦਾਸ ਬੇਨਤੀ ਕਰਦਾ, ਥੱਕੇ ਹਾਂ। ਬਾਹਰ ਮੰਨ ਲਓ ਇੱਕ ਕਿਰਸਾਣੀ ਦਾ ਕੰਮ ਕਰਦਾ ਹੈ, ਉਹਦਾ ਹਾਰਟ ਤਾਂ ਕਈ ਵਾਰੀ ਆਮ ਨੋਰਮਲ ਨਾਲੋਂ ਜ਼ਿਆਦਾ ਤੇਜ਼ ਧੜਕਦਾ ਹੈ, ਖੂਨ ਦੀ ਪੰਪਿੰਗ ਜ਼ਿਆਦਾ ਹੈ। ਪਰ ਜਦੋਂ ਕਹਿੰਦਾ ਅੱਜ ਤਾਂ 8 ਘੰਟੇ ਖੇਤਾਂ 'ਚ ਕੰਮ ਕੀਤਾ, ਮੈਂ ਆਰਾਮ ਕਰਨਾ, ਹਾਰਟ ਤਾਂ ਕਦੀ ਨਹੀਂ ਕਹਿੰਦਾ ਮੈਂ ਵੀ ਤੇਰੇ ਨਾਲ ਕੰਮ ਕਰਦਾ ਰਿਹਾ। ਉਹ ਕਹਿੰਦਾ ਤੂੰ ਥੋੜ੍ਹਾ ਜਿਹਾ ਸੌਂ ਜਾ, ਮੈਂ ਸੁੱਤਿਆਂ ਵੀ ਚੱਲਦਾ ਰਹਾਂਗਾ। ਉਹ ਆਰਾਮ ਨਹੀਂ ਕਰਦਾ। ਕਿਡਨੀਆਂ ਨੇ ਖੂਨ ਤਾਂ ਸਾਫ਼ ਕੰਮ ਕਰਦਿਆਂ, ਬੋਡੀ ਦੇ ਕੰਮ ਕਰਦਿਆਂ ਵੀ ਕਰ ਰਹੀਆਂ ਨੇ ਵਰਕ, ਤੇ ਜਦੋਂ ਬੰਦਾ ਸੁੱਤਾ ਖੂਨ ਉਦੋਂ ਵੀ ਸਾਫ਼ ਕਰ ਦਿੰਦੀਆਂ ਕਿਡਨੀਆਂ, ਤੇ ਕਹਿੰਦੀਆਂ ਨਹੀਂ ਮੈਂ ਆਰਾਮ ਕਰਨਾ। ਸਵਾਸ ਕੰਮ ਕਰਦਿਆਂ ਵੀ ਚੱਲਦੇ ਨੇ, ਤੇ ਕਦੀ ਸਵਾਸ ਕਹਿੰਦੇ ਨੇ ਅਸੀਂ ਥੱਕ ਗਏ, ਜੇ ਤੂੰ ਸੁੱਤਾ ਅਸੀਂ ਵੀ ਸੌਵਾਂਗੇ। ਬੰਦੇ ਦਾ ਸਰੀਰ ਕੁਝ ਹਿੱਸਾ ਸੌਂਦਾ ਹੈ, ਸਵਾਸ ਸੁੱਤੇ ਦੇ ਚੱਲਦੇ ਨੇ। ਜੇ ਸੁੱਤੇ ਦੇ ਸਵਾਸ ਚੱਲਦੇ ਨੇ, ਸੁੱਤੇ ਦਾ ਹਾਰਟ ਚੱਲਦਾ ਹੈ, ਸੁੱਤੇ ਦਾ ਖੂਨ ਦਾ ਬਲੱਡ ਦਾ ਪ੍ਰੈਸ਼ਰ ਚੱਲਦਾ ਹੈ, ਸੁੱਤੇ ਦੀਆਂ ਕਿਡਨੀਆਂ ਚੱਲਦੀਆਂ ਨੇ, ਜਿਹਦੇ ਅੰਦਰ ਸ਼ਬਦ ਵਸਦਾ, ਉਹਦੇ ਸੁੱਤੇ ਸਵਾਸਾਂ ਵਿੱਚ ਨਾਮ ਵੀ ਚੱਲਦਾ ਹੈ। ਮਹਾਰਾਜ ਜੀ ਨੇ ਕਿਹਾ, ਭਾਈ ਜਿੰਨੀ ਦੇਰ ਤੱਕ ਸਾਹ ਨੇ ਨਾ, ਫਿਰ ਬੰਦਗੀ ਕਰ। ਤੇ ਦੇਖੋ, ਬੰਦਗੀ ਤੋਂ ਬਿਨਾ ਸੱਚੇ ਜੇ ਗੰਦਗੀ ਜੇ, ਬੰਦਗੀ ਹੀ ਜ਼ਿੰਦਗੀ ਹੈ, ਬੰਦਗੀ ਤੋਂ ਬਿਨਾ ਗੰਦਗੀ। ਤਾਂ ਹੀ ਤਾਂ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਮਹਾਂਪੁਰਖਾਂ ਦੇ ਸਿਰਫ ਬੰਦਗੀ ਬਾਰੇ, ਕਹਿਣ ਲੱਗੇ ਬੰਦਗੀ ਇਸ ਕਰਕੇ ਨਾ ਕਰ ਕਿ ਤੈਨੂੰ ਸੁੱਖ ਬੜਾ ਮਿਲਦਾ ਹੈ। ਜੇ ਤੇਰੇ ਨਾਲ ਰੱਬ ਰੁੱਸਦਾ ਹੈ ਨਾ ਪਿਆਰਾ, ਤਾਂ ਵੀ ਬੰਦਗੀ ਕਰ। ਬੰਦੇ ਬੰਦਗੀ ਇਖਤਿਆਰ ਸ਼ਬਦ ਉੱਥੇ ਇਖਤਿਆਰ ਹੈ, ਪਰ ਆਪਾਂ ਅਰਥ ਕਰਾਂਗੇ ਅਖਤਿਆਰ, ਗ੍ਰਹਿਣ ਕਰ ਲੈ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਸ਼ਾਇਦ ਇੱਕ ਦਿਨ ਭਾਈ ਸਾਹਿਬ ਨੇ ਚੱਲੀ ਸੀ ਗੱਲ ਸਾਡੀ, ਬੈਠਿਆਂ, ਕਿਉਂਕਿ ਗੁਰਮੁਖ ਪਿਆਰੇ ਕਈ ਵਾਰੀ ਸ਼ਬਦ ਜਦੋਂ ਗਾਉਂਦੇ ਨੇ, ਮੈਨੂੰ ਬੜਾ ਪਿਆਰ ਕਰਦੇ ਨੇ, ਪਤਾ ਨਹੀਂ ਕੋਈ ਪੂਰਬ ਲਈ ਸਬੱਬ ਹੋਣਾ। ਇੱਕ ਵਾਰੀ ਸੀ ਵੀ ਕਿਉਂ ਹੀ ਉਹ ਮਿਲਣ ਪ੍ਰਭ ਤਾਈ, ਖੋਜ ਚਰਿਓ ਦੇਖੋ ਪ੍ਰੈ ਜਾਈ, ਸੁਨਤ ਸੰਦੇਸ਼ਰੋ ਪ੍ਰੈ ਗ੍ਰਹਿ ਸੇਜ ਵਿਸ਼ਾਈ। ਸੁਨਤ ਸੰਦੇਸ਼ਰੋ ਪ੍ਰੈ ਗ੍ਰਹਿ ਸੇਜ ਵਿਸ਼ਾਈ। ਇਹ ਸੁਨੇਹਾ ਕਿਹੜਾ ਵੀ ਉਹਦੇ ਆਉਣ ਦੀ ਖਬਰ ਸੁਣੀ ਤੇ ਮੈਂ ਸੇਜ ਵਿਛਾ ਲਈ। ਮੈਂ ਕਿਹਾ ਭਾਈ ਸਾਹਿਬ ਕਥਾ ਤਾਂ ਬੜੀ ਵਾਰੀ ਕੀਤੀ, ਵੀ ਆਹ ਨਹੀਂ ਸੋਚਿਆ ਵੀ ਸੁਨੇਹੇ ਕਿਹੜੇ। ਇਹ ਵੀ ਬਚਨ ਨੇ, ਸਾਜਨ ਦੇਸ਼ ਵਿਦੇਸ਼ੀ ਅੜੇ ਸਾਹ ਨੇੜੇ ਦਿੰਦੀ, ਸੱਚ ਐਵੇਂ ਫੁਰਨਿਆਂ ਦੇ ਸੁਨੇਹੇ ਵੀ ਜਾਂਦੇ ਨੇ। ਹੁਣ ਇੱਥੇ ਦੇਖੋ, ਇੱਥੇ ਸੁਨੇਹਾ ਆਇਆ ਹੈ, ਇੱਥੇ ਸੁਨੇਹਾ ਭੇਜਿਆ ਨਹੀਂ। ਉੱਥੇ ਵੇ ਸਾਜਨ ਦੇਸ਼ ਵਿਦੇਸ਼ੀ ਅੜੇ ਸਾਹ ਨੇੜੇ ਦਿੰਦੀ, ਮੈਂ ਭੇਜਣੀ ਆ। ਇੱਥੇ ਵੇ ਨਹੀਂ ਆਇਆ ਸੁਨਤ ਸੰਦੇਸ਼ਰੋ। ਮੈਨੂੰ ਕਮਾਲ ਦੀ ਗੱਲ, ਇੱਥੋਂ ਗਿਆ ਉੱਥੋਂ ਵਾਪਸ ਆਇਆ, ਇਹ ਕੈਸੀ ਖੇਡ ਵਾਪਰਦੀ ਪਈ ਉੱਥੇ। ਆ ਫੋਨ ਤਾਂ ਅੱਜ ਆਏ ਨੇ, ਇਹ ਤਾਂ ਖੇਡਾਂ ਬਹੁਤ ਸਮੇਂ ਆਦ ਜੁਗਾਦੀ ਨੇ। ਉਹ ਜਿਹੜੀ ਪਹਿਲੀ ਤੋਕੇ ਨਾ, ਕਿਉਂ ਖੀਓ ਮਿਲਣ ਪ੍ਰਭ ਤਾਈ, ਕਹਿੰਦੇ ਨੇ ਬਾਣੀ ਤਾਂ ਰੋਜ਼ ਪੜ੍ਹਦੇ ਆ, ਬਿਦਨ ਚਾਹ ਬਣ ਕੇ ਅੱਖਾਂ ਚੋਂ ਪਾਣੀ ਫੁੱਟ ਆਉਂਦਾ। ਉਹ ਦਿਨ ਇੰਜ ਲੱਗਦਾ ਪਿਆਰੇ ਦਾ ਸੁਨੇਹਾ ਆ ਗਿਆ ਕਿ ਸੇਜ ਤਿਆਰ ਕਰ, ਅੱਜ ਅਸੀਂ ਆ ਰਹੇ। ਇਹ ਕਿਉਂ ਖੀਓ ਹੀ ਇੱਕ ਸੁਨੇਹਾ ਹੈ। ਫਿਰ ਮੇਰੀ ਇੱਕ ਬੇਨਤੀ ਹੈ ਕਿ ਰੋਸ ਧਰੋ ਕੇ ਪਿਆਰ। ਜਿਹੜਾ ਰੋਸ ਹੈ ਨਾ, ਇਹ ਵੀ ਪਿਆਰ ਜੇ, ਸੱਚ ਇਹ ਵੇ। ਮੇਰਾ ਖਿਆਲ ਹੈ ਪਿਆਰ 'ਚ ਉਹਨਾਂ ਬੰਦਾ ਚੇਤੇ ਨਹੀਂ ਰਹਿੰਦਾ ਜਿੰਨਾ ਰੋਸ ਵਿੱਚ ਚੇਤੇ ਰਹਿੰਦਾ। ਕਦੀ ਦੇਖਿਓ ਜਿਹਦੇ ਨਾਲ ਆਪਾਂ ਰੁੱਸੇ ਹੋਈਏ ਨਾ, ਵਾਰ-ਵਾਰ ਉਹਦਾ ਜ਼ਿਕਰ ਕਰਾਂਗੇ, ਫਲਾਣੇ ਨੇ ਮੇਰੇ ਬਾਰੇ ਕੁਝ ਕਿਹਾ, ਉਹ ਮਿਲਿਆ ਸੀ। ਸੱਚ ਇਹ ਵੇ, ਰੋਸ ਵਿੱਚ ਵੀ ਪਿਆਰ ਹੈ। ਇਹੀ ਕਾਰਨ ਜਦੋਂ ਰੁੱਸੇ ਹੋਏ ਮਿਲਦੇ ਨੇ ਤੇ ਰੋ ਰੋ ਕੇ ਇੱਕ ਦੂਜੇ ਦੇ ਕੱਪੜੇ ਭੇਜ ਦਿੰਦੇ ਨੇ, ਕਿਉਂਕਿ ਰੋਸ ਵਿੱਚ ਵੀ ਪਿਆਰ ਲੁਕਿਆ ਹੋਇਆ ਹੈ। ਉਹ ਪਿਆਰਿਆ ਉਹਦਾ ਰੋਸ ਵੀ ਤਾਂ ਹੀ ਕਿਹਾ, ਜੇ ਗੁਰੂ ਝਿੜਕੈ ਤਾਂ ਮੀਠਾ ਲੱਗੈ, ਕਿਉਂਕਿ ਜੇ ਝਿੜਕਦਾ ਆਖਰ ਗੁਰੂ ਦਾ ਪਿਆਰ ਹੀ ਤੇ ਝਿੜਕਦਾ। ਪਿਆਰ ਤੋਂ ਬਿਨਾ ਕਿਹੜਾ ਝਿੜਕਦਾ ਜੇ। ਆਪਣਿਆਂ ਨੂੰ ਲੋਕ ਝਿੜਕਦੇ ਨੇ, ਸੜਕਾਂ ਦੇ ਕਿਨਾਰੇ ਨਸ਼ੇ ਪੀ ਕੇ ਬਗਾਨੇ ਬੈਠਿਆਂ ਨੂੰ ਕਿਹੜਾ ਝਿੜਕਦਾ ਦੇਖਿਆ। ਉਹ ਪਿਆਰ ਵੀ। ਬੰਦੇ ਕਰ ਬੰਦੇ ਤੂੰ ਬੰਦਗੀ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ। ਤੇ ਮਹਾਂਪੁਰਖਾਂ ਨੇ ਤਾਂ ਮੰਗਿਆ, ਤੇਰੀ ਪਨੈ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ।
कबीर साहब ने कहा अल्लाह की कर बंदगी, कबीर अल्लाह की कर बंदगी, उस परमात्मा की बंदगी कर जिस सिमरत दुख जाए, दिल में साई प्रगट है, बुझे बुलंती नाहे, आ बलदी अग बुझ जाएगी, बंदगी कर। अखीर भाई नंद लाल जी तो गल शुरू की। उन्हें क्या हवाए बंदगी अवुरद दर वजूद मरा। वो कहते ने दुनिया के लोगो जे वडियाई चाहते हो तो फिर बंदगी का पल्ला पकड़ लो। उन्हों का जिंदगी नामे च ये शेर है कि घर बजुर्गी बायदत कुन बंदगी कर बंदे तू बंदगी। जे तू बजुर्गी चाहना है, बजुर्गी का अर्थ बुढ़ेपा नहीं, वडियाई चाहना है, उच्चा होना चाहना है, घर बजुर्गी बायदत कुन बंदगी। जे बंदगी ना की वरना आखिर में कशी शर्मंदगी। बंदगी तो बिना शर्मंदगी है, शर्म कुन। देखो अपने दिल नूं कहा। वाह भाई साहब, भाई नंद लाल साहब जी, उन्होंने नमस्कार। बड़े सिख जीवन वाले। हुण भावें सिखां की गल करते हैं ना, क्योंकि इतिहास की तो गल कोई करन ही नहीं देंदा ना, तत् ब्रह्म ज्ञान ही सड़ते हैं सारे। इन्ना रुखापन सच है। मैं हर थां बेनती करना, सिक्खी बिल्कुल संकीर्ण नहीं। सिक्खी का दायरा बड़ा विशाल है, पर विशाल उहदे लई जिहड़ा विशाल नाल जुड़ेगा। जिहड़ा सिर्फ अपने घर तक सीमित है, उन्होंने अपने बच्चे ही नज़र आउंदे ने। जिहड़ा एक पिंड तो दूजे पिंड चला जाए, उन्होंने पिंड के बंजे चंगे लगन लग पैंदे ने। जिहड़ा पिंड तो अगे जिले च निकल जाए, उन्होंने अपने तहसील के बंदे चंगे लगन लग पैंदे ने। जिहड़ा एक स्टेट तो अगे निकले, उन्होंने अपनी स्टेट के बंदे चंगे लगते हैं। जिहड़ा एक मुल्क तो दूजे चला जाए, उत्थे परिवार वाली दीवार टुट जाती है। ये तो कहता मेरे अपने मुल्क का है, जाणू पछाणू नहीं। सच ये कि जदों कोई सचखंड की तक रसाई बनाता ना रब तक, वो फिर ये नहीं कहता बगाना, ये कहता ये तो अपना भरा है, अपने मात लोक का ही है। विशाल होवेगा तां विशालता आवे। उन्हें क्या जे बंदगी करेगा बजुर्गी मिलेगी। ते नाल कहते ने वो पत्थर होए मना, शब्द अपने नहीं वरते, वो संग होए मना। हुण तां शर्म कर लै, किन्नी उम्र लंघ गई, हुण बंदगी कर। घर बजुर्गी बायदत कुन बंदगी, वरना आखिर मेश कशी शर्मंदगी। शर्म कुन हाँ शर्म कुन, हाँ शर्म कुन। ई दिले चू संग, वो जिहड़ा पत्थर बन गया इनू पगला किते। ई दिले चू संग खुदरा नरम कर, इनू नरम कर थोड़ा जा। दौलते जावैद बाशद बंदगी, बंदगी कुन बंदगी, कुन बंदगी। बंदगी वर्गी दौलत कोई नहीं। अखीर मैं बेनती समाप्ति करा, जिस कोल बंदगी दा चोला आ जाए, चंद्रमा तो लैके समुंदर की डुंगाई तक हर शक्ति उहदे सामने खलो जाती है। सतगुरु दे बचन ने प्यारे सिख दे, हजूर दे प्यारे सिख दे, कहन लगे दर लिबासे बंदगी शाही तुरास्त। बंदगी सामने शाहियां दियां बादशाहां दे सरोपे भी कुछ नहीं। आ जिहड़ियां डिगरियां ने ना, हुण जिवें कई बंदे ला लैंदे ने ना, अपने विच भी बड़ा चलिया गोल्ड मैडलिस्ट फलाने नूं गोल्ड मिलिया, इनू सारियां लिख के दे दिता, इन्हें सिक्खी दी PhD कर ली, ये संदूकां च गल जानी है। चलना तो अगे जीवन है, बंदगी चलनी है। अगे जात ना जोर है, अगे जियो नवे। वो कहते हैं असीं तो जानती कोई नहीं, जेड़े तू कागज चुकी फिरना, वो नवे ने। महाराज जी ने कहा कि दर लिबासे बंदगी शाही तुरास्त, दौलते अजमहा के माही तरास्त। जिदे कोल बंदगी दा चोला है, ਉਹਦੇ तो आसमान तो लैके समुंदर की गहराई तक हर चीज़ ਉਹਦੀ गुलाम है। बंदगी करने वालियां दे अस्थान ते बैठे हाँ, बंदगी करने वालियां दी याद भी जुड़े बैठे हाँ। ते बंदगी करने वाले गुरमुख प्यारे आप संगत रूप विच बैठे हो। धन गुरु ग्रंथ साहिब जी किरपा करो, इन्हां सवासां नूं संभालन दी जाच दे दिओ। क्योंकि गुरु रामदास जी ने कहा मैनूं ते चंगा ही वो लगदा है जो सास गिरास ध्याए मेरा हर हर, सो गुरसिख गुरु मन पावे। धन गुरु ग्रंथ साहिब किरपा करन। सन्मानयोग बाबा सतनाम सिंह जी, इन्हां दी सिफत कोई नहीं। सतगुरु गुरु रामदास अपने दर ते बुलाया है, वड्डे भाग ने। महाराज मेहर करन,
बाबा प्रतपाल सिंह, बाबा अजीत सिंह, जितने गुरमुख प्यारे सत संगीओ सब का धन्नवाद। अखीर ते मैं भाई गज्जन सिंह वो इंग्लैंड विच रेडियो ला के बैठे ने, वो सारी कथा उत्थे सरवण कराई पूरे यूरोप विच उन्होंने। राज FM रेडियो उन्हों का धन्नवाद जी, क्योंकि उन्होंने सारा ये समागम अज का उत्थे सरवण कराया है। भाई साहब भाई हरजिंदर सिंह जी, हाँ जी, बाबा प्रतपाल सिंह जी, इन्हों का धन्नवाद जी बाबा जी सारियां दा। संत सभा जयकारो, मालक मेहर करे जी, सतगुरु बख्शिश करे। आप सब का धन्नवाद। भाई साहब भाई हरजिंदर सिंह जी, क्योंकि दास ने सुबह 2 दीवाना की हाज़री भरनी है ना, अपना वक्त दिता है। वाहिगुरु जी का खालसा, वाहिगुरु जी की फतेह।